हाँ जी सर। ਤੁਹਾਨੂੰ ਅੱਜ ਯਾਦ ਹੈ ਕੁਛ 6 ਜਨਵਰੀ ਹੈ ਅੱਜ ਕੁਛ ਸਿੱਖ ਇਤਿਹਾਸ ਨਾਲ ਤਾਂ ਤੁਹਾਡੇ ਪੈਰਾਮਿਲਟਰੀ ਫੋਰਸ ਨਾਲ ਜੁੜੇ ਆ। ਇੱਕ ਜਵਾਨ ਦੋ ਜਵਾਨਾਂ ਨਾਲ ਰਿਲੇਟਡ ਅੱਜ ਦੀ ਡੇਟ ਕੁਛ ਯਾਦ ਹੈ ਤੁਹਾਨੂੰ ਇਹਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਪੈਰਾਮਿਲਟਰੀ ਦੇ ਦਿੱਲੀ ਪੁਲਿਸ ਦੇ ਜਵਾਨ ਸਤਵੰਤ ਸਿੰਘ ਤੇ ਬੇਅੰਤ ਸਿੰਘ ਸਾਡੇ ਦਿੱਲੀ ਪੁਲਿਸ ਦੇ ਅਫਸਰ ਸੀ ਤੇ ਉਹਨਾਂ ਨੇ ਉਹ ਡਿਊਟੀ ਵਗੈਰਾ ਦਿੱਲੀ 'ਚ ਕਰ ਰਹੇ ਸੀਗੇ, VIP ਡਿਊਟੀ ਕਰਦੇ ਸੀ। ਪਰ ਕੁਝ ਕਾਰਨਾਂ ਕਰਕੇ ਅੱਜ ਦੇ ਦਿਨ ਸਤਵੰਤ ਸਿੰਘ ਦਿੱਲੀ ਪੁਲਿਸ ਦਾ ਸਾਡਾ ਜਵਾਨ ਸੀ ਤੇ ਉਹਨੂੰ ਅੱਜ ਦੇ ਦਿਨ ਜਿਹੜੀ ਫਾਂਸੀ ਦਿੱਤੀ ਗਈ ਸੀ। ਤੇ ਜਿਹੜਾ ਬੇਅੰਤ ਸਿੰਘ ਸੀ ਉਹ 31 ਅਕਤੂਬਰ ਨੂੰ ਜਦੋਂ ਇਹ ਦੋਨੇ ਸਾਡਿਆਂ ਜਵਾਨਾਂ ਨੇ ਅਟੈਕ ਕੀਤਾ ਸੀ ਬੀਬੀ ਇੰਦਰਾ ਗਾਂਧੀ ਤੇ ਦੇਸ਼ ਦੇ ਉਸ ਟਾਈਮ ਦੇ ਪ੍ਰਧਾਨ ਮੰਤਰੀ ਸੀ ਤੇ ਇਹਨਾਂ ਤੇ ਉਹਨਾਂ ਨੇ ਅਟੈਕ ਕੀਤਾ ਸੀ। ਉਹਨਾਂ ਦੀ ਮੌਕੇ ਤੇ ਹੀ ਬੇਅੰਤ ਸਿੰਘ ਦੀ ਉਹਨੇ ਡੈਥ ਹੋ ਗਈ ਸੀ, ਉਹਨਾਂ ਦੀ ਸ਼ਹੀਦੀ ਹੋ ਗਈ ਤੇ ਸਤਵੰਤ ਸਿੰਘ ਨੂੰ ਉਸ ਵੇਲੇ ਫਿਰ ਅਰੈਸਟ ਕਰ ਲਿਆ ਸੀ ਤੇ ਉਹਨਾਂ ਨੂੰ ਫਿਰ ਅੱਜ ਦੇ ਦਿਨ 6 ਜਨਵਰੀ 1989 ਵਿੱਚ ਫਿਰ ਇਹਨਾਂ ਨੂੰ ਫਾਂਸੀ ਅੱਜ ਦੇ ਦਿਨ ਹੋਈ ਸੀ। ਤੇ ਸਤਵੰਤ ਸਿੰਘ ਹਜੇ ਬੜੀ ਥੋੜੀ ਉਮਰ ਦਾ ਹੈਗਾ ਜੇ ਜਵਾਨ ਵੀ 22 ਸਾਲ ਦਾ ਤੇ VIP ਡਿਊਟੀ ਕਮਾਂਡੋ ਟਾਈਪ ਜਿੱਦਾਂ VIP ਨਾਲ ਫੋਰਸਾਂ ਚੋਂ ਜਾਂਦੇ ਆ, ਜਿੱਦਾਂ CRP ਚੋਂ BSF ਚੋਂ ITBP ਚੋਂ ਹੋਰ ਫੋਰਸਾਂ ਵਿੱਚੋਂ ਵੀ ਜਵਾਨ VIP ਡਿਊਟੀ ਵਾਸਤੇ ਉੱਥੇ ਸਿਲੈਕਟ ਹੁੰਦੇ ਆ ਕਿਸੇ ਖਾਸ ਮੌਕੇ ਲਈ। ਹਾਂ, ਨਹੀਂ ਖਾਸ ਮੌਕੇ ਲਈ ਵੀ VIP ਲਈ ਉੱਥੇ ਆਮ ਹੀ ਫੋਰਸਾਂ ਵਿੱਚੋਂ ਜਵਾਨਾਂ ਨੂੰ ਸਿਲੈਕਟ ਕਰਕੇ ਤੇ ਉੱਥੇ ਜਿਹੜੇ VIP ਉਹਨਾਂ ਨੂੰ ਸੁਰੱਖਿਆ ਦੇਣ ਲਈ ਉਹ ਜਵਾਨ ਸਿਲੈਕਟ ਕਰਦੇ ਆ। ਤੇ ਐਦਾਂ ਹੀ ਸਤਵੰਤ ਸਿੰਘ ਬੇਅੰਤ ਸਿੰਘ ਨੂੰ ਵੀ ਐਦਾਂ ਹੀ ਸਿਲੈਕਟ ਕੀਤਾ ਗਿਆ ਸੀ ਕਿ ਇਹ ਕਮਾਂਡੋ ਕੀਤੀ ਸੀ ਇਹਨਾਂ ਨੇ। ਸਪੈਸ਼ਲ ਫੋਰਸ ਦਾ ਹਿੱਸਾ ਸੀ ਸਰ ਉਹ ਕਿਸੇ? ਆ ਸਪੈਸ਼ਲ ਫੋਰਸ ਟਾਈਪ ਹੀ ਹੁੰਦੇ ਆ ਉਹ, ਮਤਲਬ ਕੁਝ ਲੋਕ ਆਪਾਂ ਸਪੈਸ਼ਲ ਫੋਰਸ ਕਹਿ ਲੈਂਦੇ ਆ, ਕੋਈ ਫੋਰਸ ਦੇ ਨਾਮ ਹੋਰ ਹੁੰਦੇ ਆ, ਉਹ SGP ਆ, ਹੋਰ ਇਦਾਂ ਫੋਰਸਾਂ ਹੈਗੀਆਂ ਕਾਫੀ ਜਿਨ੍ਹਾਂ ਨੂੰ ਕਾਬਿਲ ਚੁਣੇ ਜਾਂਦੇ ਆ ਨਾ। ਜਿਹੜੇ ਨਵੇਂ ਜਵਾਨ ਮੁੰਡੇ ਹੁੰਦੇ ਆ ਜਿਨ੍ਹਾਂ 'ਚ ਪੂਰਾ ਕਰੰਟ ਜੋਸ਼ ਫਰਤੀਲੇ ਹੁੰਦੇ ਆ ਜੀ ਕਿ ਜਿਹੜੇ ਉਹ ਕੰਮ ਆਪਣੇ VIP ਨੂੰ ਸੁਰੱਖਿਆ ਦੇ ਸਕਦੇ ਆ, ਇਦਾਂ ਦੇ ਉਹ ਸਿਲੈਕਟ ਹੁੰਦੇ ਆ। ਉਹਦੇ ਲਈ ਬੋਰਡ ਪੈਂਦਾ ਹੀ ਤੇ ਬਕਾਇਦਾ ਫਿਰ ਇਦਾਂ ਉਹ ਸਿਲੈਕਟ ਹੋ ਕੇ ਗਏ ਤੇ ਪਰ ਉੱਥੇ ਫਿਰ ਜਾ ਕੇ ਕੁਝ ਸਟੋਰੀਆਂ ਚੇਂਜ ਹੋ ਗਈਆਂ। ਉਹ ਕਾਫੀ ਟਾਈਮ ਤੋਂ ਉਹਨਾਂ ਨਾਲ ਜੌਬ ਕਰਦੇ ਸੀ ਤੇ ਉਹ ਕਰ ਵੀ ਰਹੇ ਸੀ ਤੇ ਪਰ ਜੌਬ ਕਰਦੇ ਕਰਦੇ ਜਦੋਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸਿੱਖ ਕੌਮ ਦਾ ਤਖਤ ਹੈ ਤੇ ਸਿੱਖ ਕੌਮ ਦੀ ਸਭ ਤੋਂ ਉੱਚੀ ਸਰਵ ਉੱਚ ਸੰਸਥਾ ਹੀ, ਤੇ ਜਦੋਂ ਉਹਨਾਂ ਨੇ ਫਿਰ ਅਟੈਕ ਕਰ ਦਿੱਤਾ ਹਰਿਮੰਦਰ ਸਾਹਿਬ ਤੇ, ਜਿਹੜਾ ਕਿ ਜੇ ਲਾ ਦੇ ਆਧਾਰ ਨਾਲ ਦੇਖਦੇ ਸੀ ਤੇ ਨਹੀਂ ਕਰ ਸਕਦੇ ਸੀ, ਪਰ ਜਦੋਂ ਕਰ ਦਿੱਤਾ ਉੱਤੇ ਅਟੈਕ ਹੋ ਗਿਆ, ਬਹੁਤ ਵੱਡਾ ਨੁਕਸਾਨ ਹੋ ਗਿਆ ਸਿੱਖ ਕੌਮ ਦਾ। ਤੇ ਉਸ ਟਾਈਮ ਫਿਰ ਇਹਨਾਂ ਨੂੰ ਵੀ ਕਿਸੇ ਨੇ ਜਾ ਕੇ ਦੱਸਿਆ ਵੀ ਤੁਸੀਂ ਵੀ ਉਸੇ ਸਿੱਖ ਕੌਮ ਦੇ ਵਿੱਚੋਂ ਜਿਹੜਾ ਤੁਹਾਡਾ ਅੱਜ ਦਰਬਾਰ ਸਾਹਿਬ ਤੇ ਅਟੈਕ ਹੋਏ ਆ ਤੇ ਤੁਸੀਂ ਉਹਨੂੰ ਹੀ ਸੁਰੱਖਿਅਤ ਕਰ ਰਹੇ ਹੋ। ਤੇ ਐਦਾਂ ਉਹ ਕਿਸੇ ਦੀਆਂ ਗੱਲਾਂ ਵਿੱਚ ਕਿਤੇ ਸਲਾਹਾਂ ਵਿੱਚ ਐਦਾਂ ਫਿਰ ਉਹ ਸਿਸਟਮ ਵਿੱਚ ਆਏ, ਆਪਣੀ ਡਿਊਟੀ ਦਿੰਦੇ ਰਹੇ। ਪਰ ਉਹਨਾਂ ਦੇ ਅੰਦਰ ਇੱਕ ਬੁਲਬੁਲਾ ਸੀ ਕਿ ਸਾਡਾ ਦਰਬਾਰ ਸਾਹਿਬ ਸਾਡੀ ਸਿੱਖ ਕੌਮ ਦੀ ਪੱਗ ਲਾ ਦਿੱਤੀ ਹੈ, ਜੋ ਜਜ਼ਬਾਤ ਨਾਲ ਜੁੜਿਆ ਹੋਇਆ ਸੀ। ਉਹ ਜਜ਼ਬਾਤਾਂ ਦੇ ਨਾਲ ਜੁੜ ਗਏ ਤੇ ਉਹਨਾਂ ਨੇ ਫਿਰ ਜਜ਼ਬਾਤੀ ਹੋ ਕੇ ਜਦੋਂ ਦੁਬਾਰਾ ਪਹਿਲਾਂ ਆਏ ਉਹ ਦੇਖਣ ਵਾਸਤੇ ਵੀ ਵਾਕਿਆ ਹੀ ਉੱਥੇ ਕੀ ਨੁਕਸਾਨ ਹੋਇਆ, ਕਿੰਨਾ ਕੁ ਹੋਇਆ। ਉਹਨਾਂ ਨੇ ਜਦੋਂ ਉੱਥੇ ਆਏ ਦਰਬਾਰ ਸਾਹਿਬ ਦੇਖਿਆ ਵੀ ਬਹੁਤ ਬੁਰਾ ਹਾਲ ਹੀਗਾ ਕਿ ਐਡਾ ਸੋਹਣਾ ਜਿਹੜਾ ਅਕਾਲ ਤਖਤ ਸੀ ਉਹਨੂੰ ਢਾਹ ਦਿੱਤਾ ਗਿਆ ਸੀ ਤੇ ਉਹਨਾਂ ਨੇ ਫਿਰ ਉੱਥੇ ਹੀ ਆਪਣਾ ਕੋ ਮਨ ਬਣਾ ਲਿਆ, ਸਿਸਟਮ ਨਾਲ ਜੁੜ ਗਏ। ਪਹਿਲਾਂ ਉਹਨਾਂ ਨੇ ਫਿਰ ਅੰਮ੍ਰਿਤ ਵੀ ਦੱਸਦੇ ਆ ਵੀ ਛਕਿਆ, ਉਹਨੇ ਵੀ ਅੰਮ੍ਰਿਤ ਛਕਿਆ। ਬੇਅੰਤ ਸਿੰਘ ਨੇ ਤਾਂ ਸ਼ਾਇਦ ਪਹਿਲਾਂ ਛਕਿਆ ਸੀ ਤੇ ਫਿਰ ਇਹਨਾਂ ਨੇ ਅੰਮ੍ਰਿਤ ਛਕਿਆ, ਇਹਨਾਂ ਦਾ ਮਨ ਬਣਿਆ ਫਿਰ ਕੌਮ ਪ੍ਰਤੀ ਕਿ ਯਾਰ ਸਾਡਾ ਐਡਾ ਵੱਡਾ ਸਾਡੀ ਸੰਸਥਾ, ਸਾਡਾ ਹਰਿਮੰਦਰ ਸਾਹਿਬ, ਸਾਡਾ ਤਖਤ ਤੇ ਸਾਡਾ ਢਾਹ ਦਿੱਤਾ। ਇੱਥੋਂ ਤੱਕ ਦੱਸਿਆ ਜਾਂਦਾ ਜਿਹੜੇ ਕਈ ਕਥਾਵਾਚਕ ਜਾਂ ਲੇਖਕ ਲਿਖਦੇ ਆ
ਵੀ ਇਹਨਾਂ ਦੀਆਂ ਉੱਥੇ ਭੁੱਬਾਂ ਨਿਕਲ ਗਈਆਂ ਵੀ ਇੰਨਾ ਵੱਡਾ ਹਰਿਮੰਦਰ ਸਾਹਿਬ ਤੇ ਦਿਲ ਤੇ ਠੇਸ ਨੁਕਸਾਨ। ਪਹੁੰਚੀ ਸੀ ਸਰ, ਹਾਂਜੀ, ਦਿਲ ਤੇ ਠੇਸ ਪਹੁੰਚੀ ਸੀ। ਉਹਨਾਂ ਦੇ ਦਿਲ ਤੇ ਬਹੁਤ ਠੇਸ ਪਹੁੰਚ ਗਈ ਇਸ ਗੱਲ ਦੀ, ਹਾਂ ਬਿਲਕੁਲ, ਵੀ ਇਹ ਕੀ ਕਰ ਦਿੱਤਾ। ਉੱਥੋਂ ਹੀ ਉਹਨਾਂ ਦਾ ਜਿਹੜਾ ਜਜ਼ਬਾਤੀ ਸਿਸਟਮ ਜੁੜ ਗਿਆ। ਫਿਰ ਉਹ ਜਦੋਂ ਦਿੱਲੀ ਚਲ ਗਏ, ਉੱਥੇ ਜਾ ਕੇ ਉਹ ਬੇਅੰਤ ਸਿੰਘ ਸਤਵੰਤ ਸਿੰਘ ਨੇ ਆਪੋ ਵਿੱਚ ਹੀ ਫਿਰ ਸਲਾਹ ਕੀਤੀ ਵੀ ਉਹਨਾਂ ਨੇ ਫਿਰ ਉਹ ਪਲਾਨ ਕੀਤਾ ਕੀ ਵਿੱਚ ਗੱਲਾਂ ਹੋਈਆਂ, ਕਈ ਕੁਝ ਚੱਲਦਾ ਰਿਹਾ, ਕੁਝ ਕਾਨੂੰਨ ਦੇ ਮਾਰ ਵੀ ਕਰਦੇ ਰਹੇ, ਕੁਝ ਹੋਰ ਫੋਰਸਾਂ 'ਚ ਵੀ ਚੱਲਦਾ ਰਿਹਾ, ਕੁਝ ਡਿਊਟੀਆਂ 'ਚ ਵੀ ਉੱਥੇ ਪ੍ਰੋਬਲਮ ਆਈ। ਅਸੀਂ ਵੀ ਉਸ ਟਾਈਮ ਡਿਊਟੀ ਖੁਦ ਕਰਦੇ ਹੁੰਦੇ ਸੀ, ਜਦੋਂ ਕਈ ਐਦਾਂ ਦੀਆਂ ਜਗ੍ਹਾ ਹੀ ਵਾਕਿਆ ਹੀ ਸਾਡੇ ਨਾਲ ਬੀਤੀ ਹੈ ਵੀ ਉੱਥੇ ਸਾਨੂੰ ਡਿਊਟੀ ਦੇਣ ਤੋਂ ਸਾਨੂੰ ਮਨਾ ਕਰਤਾ ਸੀ ਵੀ ਤੁਸੀਂ ਇਸ ਜਗ੍ਹਾ ਤੇ ਡਿਊਟੀ ਨਹੀਂ ਤੁਸੀਂ ਦੇ ਸਕਦੇ। ਮਤਲਬ ਇੱਦਾਂ ਦੇ ਹਾਲਾਤ ਜਿਹੜੇ ਉਸ ਟਾਈਮ ਬਣ ਗਏ ਸੀਗੇ, ਉਹਨੇ ਹਾਲਾਤ ਸਮਾਂ ਸਿਸਟਮ ਹੀ ਇੱਦਾਂ ਦਾ ਜੀ ਜੀ। ਤੇ ਪਰ ਜਦੋਂ ਫਿਰ ਇਹਨਾਂ ਦੋਨਾਂ ਜਵਾਨਾਂ ਨੇ ਵੀ ਉੱਥੇ ਦਿੱਲੀ 'ਚ ਰਹਿ ਕੇ ਜਦੋਂ ਦੇਖਿਆ ਸਾਰਾ ਵੀ ਇਹ ਸਾਡੇ ਹੀ ਕੰਮ ਕਰਨ ਵਾਲਾ ਹੀ, ਜਿਹੜੀ ਸਿੱਖ ਕੌਮ ਦੀ ਲੱਥੀ ਦੀ ਪੱਗ ਹੈ, ਇਹਨੂੰ ਆਪਾਂ ਕਿੱਦਾਂ ਸਿਰ ਤੇ ਰੱਖ ਸਕਦੇ ਹਾਂ। ਇਹਨਾਂ ਨੇ ਫਿਰ ਪਲਾਨ ਕਰਕੇ ਦੋਨਾਂ ਨੇ, ਕੋ ਨਾਲ ਭਾਈ ਕੇਰ ਸਿੰਘ ਦਾ ਵੀ ਆਉਂਦਾ ਹੈ ਜ਼ਿਕਰ, ਤੇ ਸਰਦਾਰ ਬੇਅੰਤ ਸਿੰਘ ਦਾ, ਤੇ ਸਰਦਾਰ ਵੈਸੇ ਸਰ ਦੇਖਿਆ ਜਾਵੇ ਉਹਨਾਂ ਨੇ ਸਿਰਫ ਇੱਕ ਪਰਸਨ ਨੂੰ ਟਾਰਗੇਟ ਕੀਤਾ, ਹੋਰ ਕਿਸੇ ਤੇ ਕੋਈ ਨਜਾਇਜ਼ ਹਮਲਾ ਨਹੀਂ ਕੀਤਾ ਸਰ। ਨਹੀਂ, ਹੋਰ ਕਿਸੇ ਤੇ ਕੋਈ ਨਹੀਂ ਕੀਤਾ। ਉਹਨਾਂ ਦਾ ਇੱਕ ਹੀ ਟਾਰਗੇਟ ਹੀ, ਨਾ ਕੋਈ ਉਹਨਾਂ ਦੇ ਹੋਰ ਪਰਿਵਾਰ ਦੇ, ਨਾ ਬੱਚਿਆਂ ਨੂੰ, ਨਾ ਕਿਸੇ ਨੂੰ ਵੀ, ਕਿਸੇ ਬੱਚਿਆਂ ਤੇ, ਨਾ ਕੋਈ ਉਹਨਾਂ ਦੇ ਫੋਰਸ ਦੇ ਅਫਸਰ ਤੇ, ਜਾਂ ਕੋਈ ਹੋਰ ਜਿੱਦਾਂ ਦੱਸਦੇ ਵੀ ਡੁਪਲੀਕੇਟ ਵੀ ਨਾਲ ਹੁੰਦੇ ਜੀ ਜੀ। ਪਰ ਉਹਨਾਂ ਦਾ ਕਿਸੇ ਤੇ ਨਹੀਂ ਕੋਈ ਮਤਲਬ, ਉਹਨਾਂ ਦਾ ਸਿਰਫ ਟਾਰਗੇਟ ਇੱਕੋ ਹੀ, ਇੱਕ ਪਰਸਨਲੀ ਤੌਰ ਤੇ, ਇੱਕੋ ਪਰਸਨਲ ਤੌਰ ਤੇ ਹੀ, ਜਾਤੀਵਾਦ ਨਹੀਂ ਸੀ ਨਾ। ਹਾਂ, ਉਹਨਾਂ ਦਾ ਹੋ ਗਿਆ ਵੀ ਇਸ ਬੰਦੇ ਨੂੰ, ਇਸ ਨੇ ਸਾਡਾ ਨੁਕਸਾਨ ਕੀਤਾ ਹੈ। ਕੁਝ ਦੱਸਦੇ ਆ ਕਿ 2-4 ਦਿਨ ਪਹਿਲਾਂ ਇਹਨਾਂ ਨੇ ਕਿਤੇ ਸਪੀਚ ਵੀ ਕੀਤੀ ਹੈ ਵੀ ਉੱਥੇ ਕੁਝ ਗੱਲਾਂ ਕਹੀਆਂ, ਥੋੜੇ ਹੋਰ ਜਜ਼ਬਾਤੀ ਹੋ ਗਏ ਵੀ ਇਹ ਹੋਰ ਜਿੱਦਾਂ ਕਿਸੇ ਦੇ ਜ਼ਖਮਾਂ ਤੇ ਲੂਣ ਪਾ ਦੇਣਾ, ਐਦਾਂ ਦੀਆਂ ਗੱਲਾਂ ਹੋ ਗਈਆਂ। ਫਿਰ ਇਹਨਾਂ ਨੇ ਜਦੋਂ 31 ਅਕਤੂਬਰ ਨੂੰ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ, ਇਹਨਾਂ ਨੇ ਬੀਬੀ ਦੇ ਗੋਲੀਆਂ ਮਾਰ ਕੇ, ਤੇ ਇੰਦਰਾ ਗਾਂਧੀ ਦੇ ਜਦੋਂ ਇਹਨਾਂ ਨੇ ਗੋਲੀਆਂ ਮਾਰੀਆਂ, ਤੇ ਉਹ ਇਹਨਾਂ ਨੂੰ ਫਿਰ ਸਦਾ ਦੀ ਨੀਂਦ ਸੁਲਾ ਦਿੱਤਾ, ਮੌਤ ਦੇ ਘਾਟ ਉਤਾਰ ਦਿੱਤਾ। ਉਸੇ ਟਾਈਮ ਫਿਰ ਮੌਕੇ ਤੇ ਹੀ ਇੱਕ ਜਿਹੜਾ ਜਵਾਨ ਹੀਗਾ ਦਿੱਲੀ ਪੁਲਿਸ ਦਾ ਬੇਅੰਤ ਸਿੰਘ, ਉਹ ਮੌਕੇ ਤੇ ਹੀ ਉਸ ਵੇਲੇ ਉਹਨਾਂ ਦੀ ਸ਼ਹੀਦੀ ਹੋ ਗਈ। ਤੇ ਜਿਹੜਾ ਸਤਵੰਤ ਸਿੰਘ ਸੀ, ਇਹਨੂੰ ਉਹਲੇ ਉਹਨਾਂ ਨੇ ਅਰੈਸਟ ਕਰ ਲਿਆ। ਤੇ ਮਤਲਬ ਹੁਣ ਗੱਲ ਇਹ ਹੈ ਵੀ ਉਹ ਗੱਲ ਅੱਜ ਕਿੱਦਾਂ ਯਾਦ ਹੈ ਵੀ ਅੱਜ ਹੁਣ ਫੋਰਸ ਦਾ ਜਵਾਨ ਹੈ, ਤੇ ਅੱਜ ਦੇ ਦਿਨ ਸਤਵੰਤ ਸਿੰਘ ਨੂੰ ਫਿਰ ਫਾਂਸੀ ਦਿੱਤੀ ਗਈ ਹੈ। ਉਹ ਇਤਿਹਾਸ ਨਾਲ, ਸਿੱਖ ਕੌਮ ਦੇ ਇਤਿਹਾਸ ਨਾਲ ਉਹ ਚੀਜ਼ ਜੁੜੀ ਹੈ, ਤੇ ਉਹਦੀ ਅਸੀਂ ਤੁਹਾਨੂੰ ਸਾਰੀ ਜਿਹੜੀ ਇਤਿਹਾਸ ਹੈ ਜਿਹੜਾ ਸਾਰਾ ਇਹਦੇ ਨਾਲ ਜੁੜਿਆ ਜੀ, ਉਹ ਇਤਿਹਾਸ ਸਾਰਾ ਤੁਹਾਨੂੰ ਅਸੀਂ ਅੱਜ ਬਾਬਾ ਬੰਤਾ ਸਿੰਘ ਹੋਣਾ ਨੇ ਬਹੁਤ ਵਧੀਆ ਅੱਜ ਉਹ ਸੁਣਾ ਰਹੇ ਆ ਦਰਬਾਰ ਸਾਹਿਬ ਤੋਂ। ਤੇ ਕੁਦਰਤੀ ਸਾਡੇ ਵੀ ਉੱਥੇ ਲਿੰਕ ਬਣ ਗਿਆ। ਤੇ ਆਓ ਅਸੀਂ ਤੁਹਾਨੂੰ ਬਾਬਾ ਬੰਤਾ ਸਿੰਘ ਦੀ ਜਵਾਨੀ ਕਿੱਦਾਂ ਹੋਇਆ, ਕੀ ਕੁਝ ਹੋਇਆ, ਉਹ ਸਾਰੀ ਜਿਹੜੀ ਇੱਕ ਇਤਿਹਾਸ ਦੀ ਲੜੀਵਾਰ ਸਾਰੀ ਕਹਾਣੀ ਹੈ, ਜਿਹੜੀ ਇੱਕ ਜਿੱਦਾਂ ਰੀਅਲ ਸਟੋਰੀ ਵੀ ਕਹਿ ਦਿੰਦੇ ਆਪਾਂ, ਰੀਅਲ ਜਿਹੜੀ ਸੱਚ ਕਿੱਥੋਂ ਚੱਲਿਆ ਤੇ ਕਿੱਥੇ ਖਤਮ ਹੋਇਆ, ਤੇ ਉਹ ਬਾਬਾ ਬੰਤਾ ਸਿੰਘ ਹੁਣੀ ਤੁਹਾਨੂੰ ਆਪਣੀ ਕਥਾ ਰਾਹੀਂ ਸਾਰੀ ਸੰਗਤਾਂ ਤੱਕ ਉਹ ਪਹੁੰਚਾਉਣਗੇ। ਆਓ ਬਾਬਾ ਬੰਤਾ ਸਿੰਘ ਦੀ ਕਥਾ ਸੁਣੋ, ਤੇ ਸਾਰੀ ਜਿਹੜੀ ਸਾਰੀ 31 ਅਕਤੂਬਰ ਤੋਂ ਲੈ ਕੇ ਤੇ ਲਾਸਟ ਤੱਕ, ਹਰਿਮੰਦਰ ਸਾਹਿਬ ਦੇ ਅਟੈਕ ਤੋਂ ਲੈ ਕੇ ਤੇ 31 ਅਕਤੂਬਰ ਤੱਕ ਦੀ ਸਾਰਾ ਇਤਿਹਾਸ ਹੈ ਜਿਹੜਾ, ਇਹ ਕੋਈ ਕਿਸੇ ਦੇ ਜੋੜਿਆ ਇਤਿਹਾਸ ਨਹੀਂਗਾ, ਇਹ ਕਿਤਾਬਾਂ 'ਚ ਲਿਖਿਆ ਇਤਿਹਾਸ ਹੈ, ਨਾ ਕਿਸੇ ਦੀ ਕੋਈ ਕਹਿਣ ਦੀ ਗੱਲ ਹੈ। ਬਾਬਾ ਬੰਤਾ ਸਿੰਘ ਨੇ ਵੀ ਇਤਿਹਾਸ ਪੜ੍ਹਿਆ ਤੇ ਲਿਖਿਆ, ਤੇ ਕਿਤਿਓਂ ਕੀਤਾ, ਉਹਨਾਂ ਨੇ ਪੜ੍ਹਿਆ ਹੀ ਹੈ ਨਾ, ਉਹਨਾਂ ਨੂੰ ਪਤਾ ਇਹ ਗੱਲ ਦਾ, ਤੇ ਕਿਸੇ ਦੀਆਂ ਕੋਈ ਜੋੜੀਆਂ ਚੀਜ਼ਾਂ ਨਹੀਂ ਆ। ਇਹ ਜਿਹੜਾ ਇਤਿਹਾਸ ਬਣ ਗਿਆ ਸਿੱਖ ਕੌਮ ਦਾ, ਜੋ ਵਾਪਰਿਆ, ਜੋ ਹੋਇਆ ਦੇਸ਼ ਵਿੱਚ, ਕਤਲੇਆਮ ਹੋਇਆ, ਜੋ ਫਿਰ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਉਸ ਤੋਂ ਬਾਅਦ ਫਿਰ ਉੱਥੇ ਕੀ ਕੁਝ ਹੋਇਆ, ਉਹ ਵੀ ਸਾਰਾ ਉਹਦੇ ਵਿੱਚ ਹੈ ਕਥਾ ਦੇ ਸਾਰਾ, ਵੀ ਫਿਰ ਕਿੰਨਾ ਨੁਕਸਾਨ ਹੋਇਆ, ਕੀ ਕੁਝ ਹੋਇਆ, ਉਹ ਸਾਰਾ ਇਤਿਹਾਸ ਤੁਹਾਡੇ ਤੱਕ ਅਸੀਂ ਪਹੁੰਚਾਉਣ ਦਾ ਯਤਨ ਕੀਤਾ।
ਵੀ ਅੱਜ ਦਾ ਜਿਹੜਾ ਇਤਿਹਾਸ ਹੈ ਸਾਰੀਆਂ ਸੰਗਤਾਂ ਨੂੰ, ਸਾਡੇ ਸਾਰੇ ਸਰੋਤਿਆਂ ਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ। ਉਹ ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹਿ ਤੋ। ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਖੁਦਾਵੰਦ ਬਖਸ਼ਿੰਦ ਐਸ਼ਵਰਸ਼। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕ ਨਗਰੀ ਪੰਜ ਚੋਰ ਬਸਿਆਲੇ। ਬਰਜਤ ਚੋਰੀ ਧਾਵੈ ਤ੍ਰਿਹਦ ਸਮਾਲ ਰਖੈ ਜੋ ਨਾਨਕ। ਮੋਖ ਮੁਕਤ ਸੋ ਪਾਵੈ। ਏਕ ਨਗਰੀ ਪੰਜ ਚੋਰ ਬਸਿਆਲੇ। ਬਰਜਤ ਚੋਰੀ ਧਾਵੈ ਤ੍ਰਿਹਦ ਸਮਾਲ ਰਖੈ ਜੋ ਨਾਨਕ। ਮੋਖ ਮੁਕਤ ਸੋ ਪਾਵੈ। ਚੇਤੋ ਬਾਸ ਦਿਓ ਬਨਵਾਲੀ। ਰਾਮ ਹਿਰਦੈ ਜਪ ਮਾਲੀ। ਚੇਤੋ ਬਾਸ ਦਿਓ ਬਨਵਾਲੀ। ਰਾਮ ਹਿਰਦੈ ਜਪ ਮਾਲੀ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਆਪ ਸੰਗਤਾਂ ਸੱਜ ਬੈਠੇ ਹੋ, ਵੱਡਿਆਂ ਭਾਗਾਂ ਵਾਲੇ ਹੋ। ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਅਕਾਲ ਪੁਰਖ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਹਰਿਮੰਦਰ ਸਾਹਿਬ ਸੁਭਾਏਮਾਨ ਹੋ ਕਰਕੇ
ਲੋਕਾਈ ਦੇ ਭਲੇ ਹਿੱਤ ਜੋ ਸ਼੍ਰੀ ਮੁਖਵਾਕ ਬਖਸ਼ਦੇ ਨੇ, ਜਿਸ ਦੀ ਕਥਾ ਵਿਚਾਰ ਆਪ ਸੰਗਤਾਂ ਨਿਤਾ ਪ੍ਰਤੀ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਣ ਕਰਦੇ ਹੋ। ਆਓ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦੇ ਲਈ ਤੁਰਕੀ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ। ਘਰ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਰਾਗ ਗੁਜਰੀ ਦੇ ਵਿੱਚ ਫੁਰਮਾਨ ਕਰਦੇ ਨੇ। ਅਸ਼ਟਪਦੀ 8 ਪਦਿਆਂ ਵਾਲਾ ਇਹ ਸ਼ਬਦ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 503 ਅੰਗ ਤੇ ਦਰਜ ਹੈ। ਆਪਣੇ ਪਿਆਰੇ ਰਾਗੀ ਸਿੰਘਾਂ ਦੇ ਲਈ ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦਾ ਗੁਰਾਂ ਵੱਲੋਂ ਹੁਕਮ ਹੈ। ਸਭ ਤੋਂ ਪਹਿਲਾਂ ਇਸ਼ਟ ਦਾ, ਆਪਣੇ ਨਿਰਗੁਣ ਸਰੂਪ ਦਾ ਗੁਰਦੇਵ ਮੰਗਲ ਕਰਦੇ ਨੇ। ਅਕਾਲ ਪੁਰਖ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਅਗਿਆਨ ਦਾ ਨਾਸ਼ਕ ਹੈ, ਗਿਆਨ ਬਖਸ਼ਣ ਵਾਲਾ ਹੈ, ਦਿਆਲੂ ਬੜਾ ਹੈ। ਦੂਸਰਾ ਭਾਵ ਹੈ ਇੱਕ ਅਕਾਲ ਪੁਰਖ ਸਤਿਗੁਰ ਪ੍ਰਸਾਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕ ਨਗਰੀ ਪੰਜ ਚੋਰ ਬਸਿਆਲੇ, ਬਰਜਤ ਚੋਰੀ ਧਾਵਾ। ਗੁਰਦੇਵ ਇੱਥੇ ਫੁਰਮਾਨ ਕਰਦੇ ਨੇ, ਦੇਹ ਰੂਪ ਇੱਕ ਨਗਰ ਹੈ ਜਿਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚੋਰ ਵਸਦੇ ਨੇ। ਰੋਕਦਿਆਂ ਵੀ ਇਹ ਚੋਰੀ ਕਰਦੇ ਨੇ, ਭਾਵ ਵਿਕਾਰ ਕਮਾਉਣ ਦੇ ਲਈ ਦੌੜਦੇ ਨੇ। ਯਤਨ ਕਰਨ ਦੇ ਬਾਵਜੂਦ ਵੀ ਇਹ ਕਾਬੂ ਵਿੱਚ ਨਹੀਂ ਰਹਿੰਦੇ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ। ਮਾਰ ਹੈ ਲੂਟ ਹੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਮਨ ਇੱਕ ਹੈ, ਡਾਕੂ ਪੰਜ ਨੇ, ਚੋਰ ਪੰਜ ਨੇ, ਤੂੰ ਕਿਵੇਂ ਬਚਾ ਹੋਵੇ। ਇਹ ਨਿਤਾ ਪ੍ਰਤੀ ਬੁਰੀ ਵਾਸ਼ਨਾ ਵਿੱਚ ਜਕੜੇ ਰਹਿੰਦੇ ਨੇ। ਰੋਕਦਿਆਂ ਵੀ ਕਾਬੂ ਨਹੀਂ ਆਉਂਦੇ। ਤ੍ਰਿਹਦ ਸਮਾਲ ਰਖੈ ਜੋ ਨਾਨਕ, ਮੋਖ ਮੁਕਤ ਸੋ ਪਾਵਾ। ਤ੍ਰਿਹ ਦੱਸ ਇੱਥੇ ਕੀ ਹੈ? ਤਿੰਨ ਮਾਇਆ ਦੇ ਗੁਣ ਨੇ, ਰਜੋ ਸਤੋ ਤਮੋ। ਕੁਝ ਸ਼ਾਂਤ ਕੀ ਸ਼ਾਂਤ ਚਿੱਤ ਲੋਕ ਨੇ, ਕੁਝ ਤਾਮਸੀ ਮੈਲੇ ਲੋਕ ਨੇ, ਕੁਝ ਰਾਜਸੀ ਅਹੰਕਾਰੀ ਲੋਕ ਨੇ। ਤਿੰਨਾਂ ਗੁਣਾਂ ਵਿੱਚ ਦੁਨੀਆ ਬੱਝੀ ਹੈ। ਤਿੰਨਾਂ ਗੁਣਾਂ ਦੇ ਨਾਲ ਜੋ 10 ਇੰਦਰੇ ਨੇ, 5 ਕਰਮ ਇੰਦਰੇ, 5 ਗਿਆਨ ਇੰਦਰੇ, ਸ਼ਬਦ ਸਪਰਸ਼ ਰੂਪ ਰਸ ਗੰਧ ਤੋਏ ਨੱਕ ਕੰਨ ਆਦਿਕ। ਕਹਿੰਦੇ ਜਿਹੜਾ
ਇਹਨਾਂ 13 ਨੂੰ ਕਾਬੂ ਵਿੱਚ ਕਰ ਲਵੇ। ਨਾਮ ਦੇ ਕੁੰਡੇ ਦੇ ਨਾਲ ਹਾਥੀ ਨੂੰ ਵਸ ਕਰ ਲਵੇ, ਉਹੀ ਮੋਖ ਪਦਵੀ ਪਾਵੇਗਾ, ਕੈਵਲਯ ਮੁਕਤੀ ਪਾਵੇਗਾ, 84 ਲੱਖ ਜੂਨਾਂ ਤੋਂ ਨਿਜਾਤ ਹਾਸਲ ਕਰੇਗਾ, ਰੋਗਾਂ ਸੋਗਾਂ ਤੋਂ ਉਪਰਾਮ ਹੋਵੇਗਾ, ਹਰ ਪ੍ਰਕਾਰ ਦੇ ਬੰਧਨ ਤੋਂ ਉਸੇ ਦਾ ਹੀ ਛੁਟਕਾਰਾ ਹੈ। ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ। ਨਾਮ ਦੇ ਆਸਰੇ ਹੀ ਮੁਕਤੀ ਮਿਲ ਸਕਦੀ ਹੈ, ਹੋਰ ਕੋਈ ਰਸਤਾ ਨਹੀਂ ਹੈ। ਚੇਤੋ ਵਾਸਦੇਵ ਬਨਵਾਲੀ। ਕਹਿੰਦੇ ਚੇਤੇ ਕਰ ਵਾਸਦੇਵ ਨੂੰ, ਬਨਵਾਲੀ ਨੂੰ। ਹਰ ਧਰਮ ਦੇ ਵਿੱਚ ਇਹਨਾਂ ਅਲਫਾਜ਼ਾਂ ਦੇ ਵੱਖੋ ਵੱਖ ਅਰਥ ਹੋ ਜਾਂਦੇ ਨੇ। ਜੇ ਤੁਸੀਂ ਸਨਾਤਨ ਮਤ ਵਿੱਚ ਵਾਸਦੇਵ ਦਾ ਅਰਥ ਪੜੋਗੇ ਤਾਂ ਸ੍ਰੀ ਕ੍ਰਿਸ਼ਨ ਆਵੇਗਾ। ਜੇ ਸਿੱਖ ਜਗਤ ਵਿੱਚ ਵਾਸਦੇਵ ਦਾ ਅਰਥ ਪੜੋਗੇ ਤੇ ਹਰ ਜ਼ਰੇ ਵਿੱਚ, ਵਨਸਪਤੀ ਵਿੱਚ ਸਮਾਇਆ ਹੋਇਆ ਪਰਮੇਸ਼ਵਰ ਆਵੇਗਾ। ਵਵੈ ਵਾਸਦੇਵ ਪਰਮੇਸ਼ਰ ਵੇਖਣ ਕੋ ਜਨ ਵੇਸ ਕੀਆ। ਜਿੱਥੇ ਪਰਮਾਤਮਾ ਅੰਦਰ ਬਾਹਰ ਹੈ, ਰੋਮ ਰੋਮ ਵਿੱਚ ਸਮਾਇਆ ਹੈ, ਵਸਿਆ ਹੋਇਆ ਹੈ, ਉਹ ਵਾਸਦੇਵ ਹੈ। ਵੇਖੈ ਚਾਖੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਹਿਆ। ਹਰ ਜ਼ਰੇ ਵਿੱਚ ਹੈ, ਅੰਦਰ ਵੀ ਹੈ, ਬਾਹਰ ਵੀ ਹੈ। ਜਿੱਥੇ ਸ੍ਰੀ ਕ੍ਰਿਸ਼ਨ ਲਈ ਵਾਸਦੇਵ ਆਇਆ ਹੈ, ਉੱਥੇ ਉਹ ਇੱਕ ਯੁੱਗ ਦੇ ਅਵਤਾਰ ਹੋਏ ਨੇ, ਮਹਾਪੁਰਸ਼ ਹੋਏ ਨੇ, ਉਹਨਾਂ ਦਾ ਵੀ ਜ਼ਿਕਰ ਬਾਣੀ ਵਿੱਚ ਆਉਂਦਾ ਹੈ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਇੱਥੇ ਇੱਕ ਯੁੱਗ ਦੇ ਇਹ ਅਵਤਾਰ ਹੋਏ ਨੇ, ਦੁਆਪਰ ਯੁੱਗ। ਤੋ ਗੁਰਦੇਵ ਨੇ ਬਨਵਾਲੀ ਜਾਂ ਬਨਵਾਰੀ ਲਫ਼ਜ਼ ਉਸ ਅਕਾਲ ਪੁਰਖ ਲਈ ਵਰਤਿਆ ਹੈ, ਜਿਹੜਾ ਹਰ ਜ਼ਰੇ ਵਿੱਚ ਸੁਭਾਇਮਾਨ ਹੈ। ਇਹਦੇ ਤੋਂ ਬਾਅਦ ਮਹਾਰਾਜ ਬਨਵਾਲੀ ਲਫ਼ਜ਼ ਵਰਤਦੇ ਨੇ। ਬਨ ਮਾਲੀ, ਜੋ ਸਮੁੱਚੀ ਕਾਇਨਾਤ ਦਾ ਮਾਲੀ ਹੈ, ਪਰਵਰਦਿਗਾਰ ਹੈ, ਜਿਨੇ ਸਾਰੇ ਜੰਗਲਾਂ ਨੂੰ ਮਾਲਾਵਤ ਧਾਰਨ ਕੀਤਾ ਹੈ, ਦੁਨੀਆ ਨੂੰ ਧਾਰਨੇ ਵਾਲਾ। ਹੁਣ ਤੁਸੀਂ ਆਖੋਗੇ ਵੀ ਇਹ ਜਿਹੜਾ ਬਨਵਾਲੀ ਲਫ਼ਜ਼ ਹੈ, ਵਨਮਾਲਾ ਪਹਿਰਨ ਵਾਲੇ ਵਿਸ਼ਨੂੰ ਲਈ ਆਉਂਦਾ ਹੈ। ਹਿੰਦੂ ਮਤ ਵਿੱਚ ਵਿਸ਼ਨੂੰ ਨੂੰ ਬਨਵਾਲੀ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਨੇ ਬੜਾ ਵਧੀਆ ਸਮਝਾਇਆ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ। ਅਕਾਲ ਪੁਰਖ ਜਿਹੜਾ ਹੈ ਨਾ, ਮਧੂਸੂਦਨ ਦਾਮੋਦਰ ਸੁਆਮੀ, ਉਹੀ ਮਧੂਸੂਦਨ, ਉਹੀ ਦਾਮੋਦਰ ਹੈ। ਭਾਵ ਉਹੀ ਸ੍ਰੀ ਕ੍ਰਿਸ਼ਨ ਦੇ ਵਿੱਚ ਸਮਾਇਆ ਹੋਇਆ ਹੈ। ਮਹਾਰਾਜ ਕਹਿੰਦੇ ਨੇ, ਰਿਖੀਕੇਸ ਗੋਵਰਧਨ ਧਾਰੀ, ਮੁਰਲੀ ਮਨੋਹਰ ਹਰ ਰੰਗਾ। ਮੁਰਲੀ ਧਾਰਨੇ ਵਾਲੇ ਜਿਹੜੇ ਕ੍ਰਿਸ਼ਨ ਨੇ, ਉਹਨਾਂ ਵਿੱਚ ਵੀ ਅਕਾਲ ਪੁਰਖ ਦੀ ਜੋਤ ਟਿਕੀ ਹੋਈ ਹੈ। ਇਹ ਜਿੰਨੇ ਵੀ ਅਵਤਾਰ ਨੇ ਅਕਾਲ ਪੁਰਖ ਦੇ ਭੇਜੇ ਹੋਏ ਨੇ। ਮੋਹਨ ਮਾਧਵ, ਕ੍ਰਿਸ਼ਨ ਮੁਰਾਰੇ, ਜਗਦੀਸਰ ਹਰ ਜੀਓ ਅਸੁਰ ਸੰਘਾਰੇ। ਚਾਹੇ ਸ਼੍ਰੀ ਰਾਮਚੰਦ ਨੇ, ਉਹਨਾਂ ਬਾਰੇ ਵੀ ਆਉਂਦਾ ਹੈ, ਸ਼੍ਰੀ ਰਾਮਚੰਦ ਜਿਸ ਰੂਪ ਨਾ ਰੇਖਿਆ, ਬਨਵਾਲੀ ਚੱਕਰ ਪਾਣ ਦਰਸ ਅਨੂਪਿਆ।
ਉਹਨਾਂ ਮਹਾਂਪੁਰਸ਼ਾਂ ਵਿੱਚ ਵੀ ਪ੍ਰਮਾਤਮਾ ਦੀ ਜੋਤ ਪ੍ਰਗਟ ਹੈ। ਅਖੀਰ ਪਾਤਸ਼ਾਹ ਕਹਿੰਦੇ ਨੇ, ਸਹਿਸ ਨੇਤਰ ਮੂਰਤ ਹੈ ਸਹਿਸਾ। ਇੱਕ ਦਾਤਾ ਸਭ ਹੈ ਮੰਗਾ। ਇਹ ਜਿੰਨੇ ਵੀ ਅਵਤਾਰ ਨੇ ਸਾਰੇ ਉਹਦੇ ਦਰ ਦੇ ਹੀ ਮੰਗਤੇ ਨੇ। ਉਹ ਸਭਨਾਂ ਦਾ ਦਾਤਾਰ ਹੈ। ਇਦਾਂ ਸਰਗੁਣ ਤੌਰ ਤੇ ਹਜ਼ਾਰਾਂ ਹੀ ਉਹਦੇ ਰੂਪ ਨੇ, ਹਜ਼ਾਰਾਂ ਹੀ ਉਹਦੇ ਨੇਤਰ ਨੇ, ਹਜ਼ਾਰਾਂ ਹੀ ਲੱਤਾਂ ਬਾਹਾਂ ਨੇ। ਜਗ ਜੀਵਨ ਅਵਿਨਾਸੀ ਠਾਕੁਰ, ਘਟ ਘਟ ਵਾਸੀ ਹੈ ਸੰਗਾ। ਪਰ ਇਹ ਜਿੰਨੇ ਵੀ ਅਵਤਾਰ ਨੇ ਇਹ ਯੁੱਗਾਂ ਤੱਕ ਸੀਮਿਤ ਨੇ। ਕੋਈ ਦੁਆਪਰ ਦਾ ਆਗੂ ਹੈ, ਕੋਈ ਕਲਯੁਗ ਦਾ ਆਗੂ ਹੈ। ਜਿਹੜਾ ਅਕਾਲ ਪੁਰਖ ਹੈ ਉਹ ਚੌਹਾਂ ਯੁੱਗਾਂ ਦਾ ਮਾਲਕ ਹੈ, ਹਰ ਘਟ ਵਿੱਚ ਵਸਿਆ ਹੈ। ਇਹ ਸਾਰੇ ਹੀ ਅਵਤਾਰ ਉਹਦੇ ਭੇਜੇ ਨੇ, ਉਹਦੀ ਇਹਨਾਂ ਵਿੱਚ ਜੋਤ ਹੈ। ਉਹਦੀਆਂ ਕਲਾ ਲੈ ਕੇ ਦੁਨੀਆ ਤੇ ਆਏ ਨੇ, ਦੁਨੀਆ ਦਾ ਉਧਾਰ ਕਰਨ। ਤੋ ਸਮਝ ਲਿਓ, ਹੁਣ ਪਿਤਾ ਲਫ਼ਜ਼ ਹੈ, ਤੁਸੀਂ ਆਪਣੇ ਪਿਤਾ ਲਈ ਵਰਤੋਗੇ, ਮੈਂ ਆਪਣੇ ਪਿਤਾ ਲਈ ਵਰਤਾਂਗਾ। ਤੇ ਜਦੋਂ ਤੁਸੀਂ ਆਪਣੇ ਪਿਤਾ ਲਈ ਇਹ ਲਫ਼ਜ਼ ਵਰਤਦੇ ਹੋ ਤੇ ਇਹਦਾ ਭਾਵ ਮੇਰਾ ਪਿਤਾ ਨਹੀਂ ਹੈ, ਤੁਹਾਡਾ ਪਿਤਾ ਹੈ। ਕਈ ਵਾਰ ਅਲਫਾਜ਼ ਜਿਹੜੇ ਹੁੰਦੇ ਨੇ ਉਹ ਉਹੀ ਹੁੰਦੇ ਨੇ, ਉਹਨਾਂ ਦਾ ਅਰਥ ਡਿਫਰੈਂਸ਼ੀਏਟ ਕਰਦਾ ਹੈ ਹਰ ਧਰਮ ਦੇ ਵਿੱਚ। ਜਿਵੇਂ ਸਨਾਤਨ ਮਤ ਵਿੱਚ ਰਾਮ ਲਫ਼ਜ਼ ਸ਼੍ਰੀ ਰਾਮ ਚੰਦਰ ਮਹਾਰਾਜ ਲਈ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਲਫ਼ਜ਼ ਰਮਤ ਰਾਮ ਸਭ ਰਹਿਓ ਸਮਾਏ। ਚੌਵਾਂ ਯੁੱਗਾਂ ਵਿੱਚ ਜਿਹੜਾ ਹਰ ਜ਼ਰੇ ਅੰਦਰ ਸਮਾਇਆ ਹੈ ਉਹਦੇ ਲਈ ਆਉਂਦਾ ਹੈ। ਕਿਧਰੇ ਕਿਧਰੇ ਸ਼੍ਰੀ ਰਾਮ ਚੰਦਰ ਲਈ ਵੀ ਇਹ ਲਫ਼ਜ਼ ਆਇਆ ਹੈ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਖੈਰ ਗੁਰਦੇਵ ਕਹਿੰਦੇ ਨੇ, ਵਸੁਦੇਵ ਬਨਵਾਲੀ ਨੂੰ ਚੇਤੇ ਕਰ, ਧਿਆਨ ਧਾਰਿਆ ਕਰ ਉਸਦੇ ਨਾਮ ਦਾ। ਰਾਮ ਹਿਰਦੈ ਜਪ ਮਾਲੀ। ਰਮੇ ਹੋਏ ਰਾਮ ਨੂੰ ਜ਼ਿਹਨ ਵਿੱਚ ਟਿਕਾ ਲਾ, ਉਹਦੇ ਨਾਮ ਦੀ ਮਾਲਾ ਫੇਰ, ਜਾਂ ਆਪਣੇ ਸਾਹਾਂ ਦੇ ਧਾਗੇ ਵਿੱਚ ਰਾਮ ਦੇ ਨਾਮ ਦੇ ਮਣਕੇ ਪਰੋਲਾ। ਮਾਲਾ ਦਾ ਵੀ ਕਿਧਰੇ ਬਾਣੀ 'ਚ ਖੰਡਨ ਨਹੀਂ ਹੈ। ਕਈ ਵਾਰ ਬਾਹਰ ਮੁਖੀ ਮਾਲਾ ਦਾ ਖੰਡਨ ਕਰਕੇ ਅਸੀਂ ਇੱਥੇ ਹੀ ਆ ਜਾਂਦੇ, ਨਹੀਂ ਜੀ ਇੱਥੇ ਤੇ ਨਾਮ ਜਪਣ ਨੂੰ ਹੀ ਮਾਲਾ ਕਿਹਾ ਹੈ। ਕਬੀਰ ਦੀ ਮਾਂ ਤੇ ਕਹਿੰਦੀ, ਕਬੀਰ ਸਾਰੀ ਦਿਹਾੜੀ ਮਾਲਾ ਲੈ ਕੇ ਬੈਠੇ ਰਹਿੰਦੇ ਨੇ, ਕਿੱਥੇ ਦੌੜੋਗੇ? ਇਹ ਪੰਕਤੀਆਂ ਕਿੱਥੇ ਲੈ ਜਾਓਗੇ? ਹਮਾਰੇ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਿਪੁੱਤੇ ਤਬ ਤੇ ਸੁਖ ਨਾ ਭਇਓ। ਇਹ ਕਮਾਈ ਛੱਡ ਗਿਆ ਹੈ, ਖੱਡੀ 'ਚ ਜਾਂਦਾ ਹੀ ਨਹੀਂ ਜੁਲਾਇਆ, ਇਹ ਮਾਲਾ ਲੈ ਕੇ ਬੈਠਾ ਰਹਿੰਦਾ। ਦਿਖਾਵਾ ਕਰੋ ਤੇ ਧਾਰਮਿਕ ਲਿਬਾਸ ਪਖੰਡ ਹੈ। ਤੇ ਜੇ ਅੰਤਰਲਿਵ ਜੁੜੀ ਹੋਈ ਹੈ ਤੇ ਫਿਰ ਸਭ ਸਫਲਾ ਹੈ। ਕਈ ਵਾਰ ਲੋਕ ਵੇਖਣ ਤੇ ਬੰਦਾ ਮਾਲਾ ਕੱਢ ਲੈਂਦਾ ਹੈ ਵੀ ਬੜੀ ਮਾਲਾ ਫੇਰਦਾ, ਪੂਜਾ ਪ੍ਰਤਿਸ਼ਠਾ ਹੋਵੇ। ਜਦੋਂ ਕੋਈ ਵੇਖੇ ਨਾ ਉਦੋਂ ਨਾਮ ਜਪਦਾ ਹੀ ਨਹੀਂ ਹੈ, ਉਦੋਂ ਮਾਲਾ ਜੇਬ 'ਚ ਪਾ ਲੈਂਦਾ। ਇਹ ਵਿਖਾਵਾ ਹੋ ਗਿਆ। ਲੋਕਾਂ ਸਾਹਮਣੇ ਜਪਦਾ ਹੈ ਤੇ ਜਦੋਂ ਨਹੀਂ ਕੋਈ ਵੇਂਦਾ ਉਦੋਂ ਵੀ ਜਪਿਆ ਕਰ, ਫਿਰ ਮਾਲਾ ਫੇਰੀ ਸਫਲੀ ਹੈ। ਤੋ ਮਹਾਰਾਜ ਕਹਿੰਦੇ, ਰਾਮ ਦੇ ਨਾਮ ਦੀ ਜਪ ਮਾਲਾ ਜਪਿਆ ਕਰੋ, ਉਹਦੇ ਗੀਤ ਗਾਇਆ ਕਰੋ। ਰਹਾਉ ਉਰਦ ਮੂਲ ਜਿਸ ਸਾਖ ਤਲਾਹਾ, ਚਾਰ ਵੇਦ ਜਿਤ ਲਾਗੀ। ਉਹ ਜਿਹੜਾ ਪਰਮੇਸ਼ਵਰ ਹੈ ਉਹ ਮਾਇਆ ਦਾ ਮੂਲ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ। ਉਹ ਉੱਪਰ ਉੱਠਿਆ ਹੋਇਆ ਹੈ ਮਾਇਆ ਤੋਂ, ਮਾਇਆ ਉਹਦੇ ਅਧੀਨ ਚੱਲਦੀ ਹੈ। ਉਰਦ ਉੱਚਾ ਬੜਾ ਹੈ। ਉਹ ਜਿਹੜਾ ਪ੍ਰਮਾਤਮਾ ਹੈ, ਇਹ ਦੁਨੀਆ ਜਿਹੜੀ ਪ੍ਰਫੁੱਲਤ ਹੈ ਇਹ ਉਹਦੀਆਂ ਸ਼ਾਖਾਵਾਂ ਨੇ। ਤੇ ਜਿਹੜੇ ਧਾਰਮਿਕ ਗ੍ਰੰਥ ਨੇ ਇਹ ਉਹਦੇ ਪੱਤੇ ਨੇ। ਵੇਦ ਆਦਿਕ ਗ੍ਰੰਥਾਂ ਦੇ ਵਿੱਚ ਬ੍ਰਹਮ ਦੀ ਵਡਿਆਈ ਹੈ, ਮਾਇਆ ਦੀ ਪ੍ਰਬਲਤਾ ਦਰਸਾਈ ਹੋਈ ਹੈ ਵੀ ਕਿਵੇਂ ਦੁਨੀਆ ਤੇ ਪ੍ਰਭਾਵ ਪਾਉਂਦੀ ਹੈ। ਸਹਿਜ ਭਾਈ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੀ। ਧਾਰਮਿਕ ਗ੍ਰੰਥ ਵੀ ਇਹੀ ਕਥਨ ਕਰਦੇ ਨੇ, ਸਹਿਜ ਭਾਵ ਵਿੱਚ
ਸ਼ਾਂਤੀ ਵਿੱਚ, ਆਨੰਦ ਵਿੱਚ ਟਿਕੇ ਪਰਮਾਤਮਾ ਦੇ ਗੀਤ ਗਾਓ, ਫਿਰ ਤੁਹਾਡੇ ਤੇ ਮਾਇਆ ਦਾ ਪ੍ਰਭਾਵ ਨਹੀਂ ਪਵੇਗਾ। ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲਾਓ, ਸਹਿਜ ਕਰਕੇ ਭਾਵ ਗਿਆਨ ਕਰਕੇ, ਸਹਿਜ ਕਰਕੇ ਭਾਵ ਸ਼ਾਂਤੀ ਕਰਕੇ, ਟਿਕਾ ਕਰਕੇ ਉਹਦੇ ਚਰਨਾਂ ਵਿੱਚ ਜੁੜ ਜਾਓ। ਭਾਏ ਤੋਂ ਭਾਵ ਹੈ ਉਹਦੇ ਪਿਆਰ ਵਿੱਚ ਜੁੜ ਜਾਓ। ਲਿਵ ਕੀ ਹੈ? ਲਿਵ ਦਾ ਭਾਵ ਹੁੰਦਾ ਹੈ ਬਿਰਤੀ ਨੂੰ ਇੱਕ ਬਿੰਦੂ ਵੱਲ ਕੇਂਦਰਿਤ ਕਰਨਾ, ਸੰਸਾਰ ਵੱਲੋਂ ਬਿਰਤੀ ਨੂੰ ਤੋੜ ਕੇ ਨਿਰੰਕਾਰ ਵਿੱਚ ਜੋੜਨਾ। ਤੋ ਇਦਾਂ ਫਿਰ ਜਦੋਂ ਬਿਰਤੀ ਜੁੜੇਗੀ ਫਿਰ ਮਾਇਆ ਦਾ ਪ੍ਰਭਾਵ ਨਹੀਂ ਪਵੇਗਾ। ਪਾਰ ਜਾਤ ਘਰ ਆਂਗਣ ਮੇਰਾ, ਪਾਹੁਪ ਪਤਰ ਤਤ ਡਾਲਾ। ਸਨਾਤਨ ਮਤ ਦੇ ਵਿੱਚ ਇੱਕ ਪਾਰਜਾਤ ਰੁੱਖ ਗਿਣੀਦਾ ਹੈ। ਪਾਰ ਭਾਵ ਸਮੁੰਦਰ ਤੋਂ ਪੈਦਾ ਹੋਇਆ ਜਿਹੜਾ ਰੁੱਖ ਹੈ। ਜਦੋਂ ਸਮੁੰਦਰ ਰਿੜਕਿਆ ਸੀ ਨਾ ਦੇਵਤਿਆਂ ਨੇ, ਉਦੋਂ ਇੱਕ ਰੁੱਖ ਨਿਕਲਿਆ ਸੀ। ਇਹ ਦੇਵਲੋਕ ਵਿੱਚ ਮੰਨੀਦਾ ਹੈ। ਕਹਿੰਦੇ ਇੱਕ ਵਾਰ ਕ੍ਰਿਸ਼ਨ ਮਹਾਰਾਜ ਇੰਦਰਦੇਵ ਨੂੰ ਮਿਲੇ। ਹੁਣ ਇੱਕ ਤਰਫ ਇੰਦਰ ਦੀ ਇਸਤਰੀ ਸੱਚੀ ਹੈ ਜਿਹਨੂੰ ਇਹ ਰੁੱਖ ਬੜਾ ਪਿਆਰਾ ਹੈ, ਤੇ ਦੂਜੇ ਬੰਨੇ ਸ੍ਰੀ ਕ੍ਰਿਸ਼ਨ ਮਹਾਰਾਜ ਦੀ ਘਰਵਾਲੀ ਹੈ ਸਤਿਅਭਾਮਾ, ਉਹਨੂੰ ਰੁੱਖ ਬੜਾ ਪਿਆਰਾ ਹੈ। ਉਹ ਕਹਿੰਦੀ ਰੁੱਖ ਮੈਨੂੰ ਚਾਹੀਦਾ ਹੈ। ਇੰਦਰ ਦੇਵ ਤੇ ਕ੍ਰਿਸ਼ਨ ਦੇਵ ਦਾ ਯੁੱਧ ਹੋ ਗਿਆ। ਇੰਦਰ ਹਾਰਿਆ। ਸ੍ਰੀ ਕ੍ਰਿਸ਼ਨ ਉਹ ਜਿਹੜਾ ਰੁੱਖ ਹੈ ਉਹ ਲੈ ਕੇ ਦੇਵਲੋਕ ਤੋਂ ਆਪਣੇ ਨਗਰ ਆਏ। ਇਹ ਐਵੇਂ ਵਾਧੂ ਦੀਆਂ ਕਹਾਣੀਆਂ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਹੈ। ਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਿਆ ਉਹ ਪੱਥਰ ਤੇ ਲਕੀਰ ਹੈ। ਬਾਣੀ ਨੂੰ ਮਿੱਥ ਕਹਿਣ ਵਾਲੇ ਨਰਕਾਂ ਨੂੰ ਹੀ ਜਾਂਦੇ ਹੁੰਦੇ ਨੇ। ਧਿਆਨ ਦਿਓ, ਗੁਰੂ ਦਾ ਹੁਕਮ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਸੱਚ ਬੋਲਣਾ ਹੈ ਤੇ ਆਪ ਮਿੱਥ ਉਦਾਹਰਨਾ ਗੁਰੂ ਕਿਉਂ ਦਵੇਗਾ? ਪੁੱਛੋ ਜੀ ਇਹ ਆ ਕਹਾਣੀ ਸੱਚੀ ਹੈ ਪਾਰਜਾਤ ਵਾਲੀ? ਤੋ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਪਾਰਜਾਤ ਗੋਪੀ ਲੈ ਆਇਆ ਬਰਿੰਦਰਾ ਬਨ ਮਹਿ ਰੰਗ ਕੀਆ। ਗੋਪੀ ਦੇ ਕਹਿਣ ਤੇ, ਸਤਿਅਭਾਮਾ ਦੇ ਕਹਿਣ ਤੇ ਸ੍ਰੀ ਕ੍ਰਿਸ਼ਨ ਪਾਰਜਾਤ ਰੁੱਖ ਲੈ ਆਇਆ ਔਰ ਬਰਿੰਦਰਾਬਨ ਦੇ ਵਿੱਚ ਆਨੰਦ ਲੈਂਦਾ ਰਿਹਾ। ਖੈਰ, ਚਾਹੇ ਪਾਰਜਾਤ ਰੁੱਖ ਹੈ ਤੇ ਚਾਹੇ ਕਾਮਧੇਨ ਗਊ ਹੈ ਜੋ ਹਰ ਕਾਮਨਾ ਪੂਰੀ ਕਰਦੀ ਹੈ। ਹਿੰਦੂਆਂ ਲਈ ਚਾਹੇ ਇਹਨਾਂ ਦੀ ਹਸਤੀ ਵੱਖਰੀ ਹੈ, ਰੁੱਖ ਹੈ ਤੇ ਗਊ ਹੈ। ਸਿੱਖਾਂ ਲਈ ਕੀ ਹੈ? ਪਾਰਜਾਤ ਇਹ ਹਰ ਕੋ ਨਾਮ, ਕਾਮਧੇਨ ਹਰ ਹਰ ਗੁਣ ਗਾਮ। ਸਿੱਖਾਂ ਦੀ ਕਾਮਨਾ ਪੂਰੀ ਕਰਨ ਵਾਲਾ ਅਕਾਲ ਪੁਰਖ ਦਾ ਨਾਮ ਹੀ ਹੈ। ਉਹਨੂੰ ਹੀ ਅਸੀਂ ਪਾਰਜਾਤ ਕਰਕੇ ਮੰਨਦੇ ਹਾਂ, ਉਹਨੂੰ ਹੀ ਕਾਮਧੇਨ ਗਊ ਕਰਕੇ ਮੰਨਦੇ ਹਾਂ। ਤੋ ਗੁਰਦੇਵ ਕਹਿੰਦੇ ਨੇ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਲਿਵ ਲਾਉਂਦਾ ਹੈ, ਉਹਦੇ ਆਂਗਨ ਵਿੱਚ, ਉਹਦੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਇਹ ਜਿਹੜਾ ਪਾਰਜਾਤ ਰੂਪੀ ਪਰਮੇਸ਼ਵਰ ਹੈ ਉਹ ਪ੍ਰਗਟ ਹੋ ਜਾਂਦਾ ਹੈ। ਇਹ ਸੰਸਾਰ, ਇਹ ਖੰਡ, ਇਹ ਬ੍ਰਹਿਮੰਡ, ਇਹ ਸੁਖ ਜਿਹਦੇ ਫਲ ਪੌਦੇ ਹਨ। ਸਰਬ ਜੋਤ ਨਿਰੰਜਨ ਸੰਭੂ, ਛੋਡੋ ਬਹੁਤ ਜੰਜਾਲਾ। ਸ਼ੰਭੂ ਸੁਤੇ ਸਿੱਧ ਜੋ ਪ੍ਰਕਾਸ਼ਵਾਨ ਹੈ। ਮਹਾਰਾਜ ਕਹਿੰਦੇ ਉਹ ਨਿਰੰਜਨ, ਮਾਇਆ ਦੀ ਮੈਲ ਤੋਂ ਰਹਿਤ ਪਰਮ ਈਸ਼ਵਰ, ਆਪਣੇ ਆਪ ਤੋਂ ਜੋ ਪ੍ਰਗਟ ਹੈ, ਹਰ ਜ਼ਰੇ ਵਿੱਚ ਉਹਦੀ ਜੋਤ ਸਮਾਈ ਹੈ। ਸਭ ਆਲ ਜੰਜਾਲ ਛੱਡ ਦਿਓ, ਉਹਦੇ ਚਰਨਾਂ ਵਿੱਚ ਲਿਵ ਜੋੜ ਲਓ। ਜੰਜਾਲ ਸੰਸਾਰ ਦਾ ਜਾਲ, ਮਾਇਆ ਦਾ ਜਾਲ, ਇਹ 84 ਲੱਖ ਜੂਨਾਂ ਦਾ ਜਾਲ, ਇਹ ਤੋਂ ਜੇ ਛੁੱਟਣਾ ਹੈ ਤੇ ਅਕਾਲ ਪੁਰਖ ਦੇ ਨਾਮ ਦੀ ਲਿਵ ਲਾਉਣਾ ਕਰੋ। ਸੁਣ ਸਿਖਵੰਤੇ ਨਾਨਕ ਬਿਨਵਾ, ਛੋਡੋ ਮਾਇਆ ਜਾਲਾ। ਮਹਾਰਾਜ ਕਹਿੰਦੇ ਐ ਸਿਖਵੰਤ, ਐ ਮੇਰੀ ਸਿੱਖਿਆ ਨੂੰ ਧਾਰਨੇ ਵਾਲੇ, ਤੁਸੀਂ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਜਾਓ। ਮਾਇਆ ਦਾ ਜਾਲ ਫਿਰ ਛੁੱਟੇਗਾ।
ਦੇਖੋ ਅਕਾਲ ਸਰੂਪ ਹੁੰਦੇ ਹੋਏ ਵੀ ਬਿਨਵੈ ਬੇਨਤੀ ਕਰਦੇ ਨੇ ਗੁਰਦੇਵ ਸਾਨੂੰ, ਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ। ਏਡੀ ਵੱਡੀ ਹਸਤੀ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਦ ਪ੍ਰੋਵਾਈਡਿੰਗ ਲਾਰਡ ਇਜ਼ ਕਾਲਡ ਗੁਰੂ ਨਾਨਕ। ਹਰ ਜ਼ਰੇ 'ਚ ਪ੍ਰਗਟ ਜੋ ਹੈ ਉਹ ਖੁਦਾ ਗੁਰੂ ਨਾਨਕ ਹੈ। ਇੰਨੀ ਨਿਰਮਾਣਤਾ ਹੈ। ਧਰਮ ਨਿਰਮਾਣਤਾ ਦਾ ਵਿਸ਼ਾ ਪ੍ਰੇਮ ਦਾ, ਧੱਕੇ ਦਾ ਨਹੀਂ। ਧੱਕੇ ਨਾਲ ਧਰਮ ਨਹੀਂ ਪ੍ਰਫੁੱਲਤ ਹੁੰਦੇ, ਪ੍ਰੇਮ ਨਾਲ। ਕੀ ਮੇਰੇ ਮੋਢਿਆਂ ਤੇ ਖਲੋਤੀ ਹੈ? ਨਹੀਂ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਕਾਨੂੰਨ ਨਹੀਂ ਹੈ ਜਿਹੜਾ ਡਾਂਗ ਨਾਲ ਲਾਗੂ ਹੋਣਾ ਹੈ, ਇਹ ਧਰਮ ਹੈ, ਪ੍ਰੇਮ ਨਾਲ ਲਾਗੂ ਕੀਤਾ ਜਾਂਦਾ ਹੈ। ਤੋ ਗੁਰਦੇਵ ਬਿਨੈ ਕਰਦੇ ਨੇ, ਉਹ ਮੇਰੇ ਸਿੱਖ ਮਾਇਆ ਦੇ ਜਾਲ, 84 ਲੱਖ ਜੂਨਾਂ ਦੇ ਜਾਲ ਅਗਰ ਛੱਡਣੇ ਨੇ ਤੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਨਾ ਕਰੋ। ਮਨ ਵਿਚਾਰ ਏਕ ਲਿਵ ਲਾਗੀ, ਪੁਨਰਪ ਜਨਮ ਨਾ ਕਾਲਾ। ਜਦੋਂ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਗਿਆ ਟਿਕ, ਉਹਦੇ ਨਾਮ ਦੀ ਵਿਚਾਰ ਚੱਲਦੀ ਰਹੀ, ਉਹਦੇ ਨਾਮ ਵਿੱਚ ਲਿਵ ਲੱਗ ਗਈ, ਜਿਵੇਂ ਤੇਲ ਦੀ ਧਾਰ ਚੱਲਦੀ ਹੈ ਨਾ ਇੱਕ ਰਸ, ਏਦਾਂ ਸੁਰਤੀ ਟਿਕ ਗਈ। ਪੁਨਰਪ, ਫਿਰ ਦੋਹਰੇ ਤੇਰਾ ਜਨਮ ਨਹੀਂ ਹੋਵੇਗਾ, ਦੋਹਰੇ ਤੂੰ ਗਰਭ ਦੇ ਵਿੱਚ ਨਹੀਂ ਆਵੇਂਗਾ, ਤੇਰਾ ਆਵਾਗਮਨ ਕੱਟਿਆ ਜਾਵੇਗਾ। ਸੋ ਗੁਰੂ ਸੋ ਸਿੱਖ ਕਥੀਅਲੇ, ਸੋ ਵੈਦ ਜੇ ਜਾਣੈ ਰੋਗੀ। ਕਹਿੰਦੇ ਅਸਲ ਦੇ ਵਿੱਚ ਗੁਰੂ ਉਹ ਹੈ ਜੋ ਸਿੱਖ ਦਾ ਭਰਮ ਨਿਵਰਤ ਕਰੇ, ਸਿੱਖ ਦੇ ਅੰਦਰ ਦੇ ਹਾਲਾਤ ਸਮਝ ਕੇ ਉਹਦੇ ਵਿਕਾਰਾਂ ਦਾ ਨਾਸ਼ ਕਰੇ। ਤੇ ਸਿੱਖ ਉਹ ਹੈ ਜਿਹੜਾ ਗੁਰੂ ਤੇ ਭਾਵਨਾ ਰੱਖੇ। ਜਿਵੇਂ ਵੈਦ ਰੋਗੀ ਦੀ ਨਬਜ਼ ਪੜ੍ਹ ਕੇ ਹੀ ਰੋਗ ਲੱਭ ਲੈਂਦਾ ਤੇ ਦੂਰ ਕਰ ਦਿੰਦਾ, ਤੇ ਰੋਗੀ ਵੈਦ ਤੇ ਭਰੋਸਾ ਰੱਖਦਾ ਹੈ। ਇਦਾਂ ਦਾ ਸਿੱਖ ਚਾਹੀਦਾ ਹੈ, ਇਦਾਂ ਦਾ ਗੁਰੂ ਚਾਹੀਦਾ ਹੈ ਜਿਹੜਾ ਹਰ ਰੋਗ ਦੀ ਨਿਵਰਤੀ ਕਰੇ। ਤੇ ਸਿੱਖ ਦੀ ਭਾਵਨਾ ਆਪਣੇ ਵੈਦ ਤੇ ਗੁਰੂ ਤੇ ਪ੍ਰਬਲ ਚਾਹੀਦੀ ਹੈ। ਤੋ ਮਹਾਰਾਜ ਕਹਿੰਦੇ ਨੇ ਐਸਾ ਗੁਰੂ ਚੇਲਾ, ਐਸਾ ਮੁਰਸ਼ਦ ਮੁਰੀਦ ਚਾਹੀਦਾ ਹੈ। ਤਿਸ ਕਾਰਨ ਕੰਮ ਨਾ ਧੰਦਾ ਨਾਹੀ, ਧੰਦਾ ਗਿਰਹਿ ਜੋਗੀ। ਗੁਰੂ ਐਸਾ ਹੋਵੇ ਜਿਹੜਾ ਸੰਸਾਰ ਦੇ ਧੰਦਿਆਂ ਤੋਂ ਉਪਰਾਮ ਹੋਵੇ। ਚੇਲਾ ਐਸਾ ਹੋਵੇ ਜਿਹੜਾ ਗੁਰੂ ਦਾ ਉਪਦੇਸ਼ ਲੈ ਕੇ ਵਿਕਾਰਾਂ ਤੋਂ, ਸੰਸਾਰ ਤੋਂ ਵਿਰਕਤ ਹੋ ਜਾਵੇ। ਤੇ ਜੇ ਕਿਧਰੇ ਤੁਹਾਨੂੰ ਗੁਰੂ ਚੇਲਾ ਸੰਸਾਰ ਕਮਾਉਂਦੇ ਦਿਖਣ, ਭਾਵ ਗ੍ਰਸਤ ਵਿੱਚ ਦਿਖਣ, ਤੇ ਸਮਝ ਲਿਓ ਉਹ ਇਉਂ ਨਿਰਲੇਪ ਨੇ, ਸੰਸਾਰ ਵਿੱਚ ਰਹਿੰਦੇ ਜਿਵੇਂ ਕਮਲ ਦਾ ਫੁੱਲ ਛੱਪੜ ਵਿੱਚ ਰਹਿੰਦਾ ਵੀ ਨਿਰਲੇਪ ਹੈ। ਗੁਰਦੇਵ ਵੇਖੋ ਗ੍ਰਸਤੀ ਹੋਏ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਾਈਂ ਬਹੁਤਾਤ ਵਿੱਚ ਗ੍ਰਸਤ ਨੂੰ ਧਾਰਨੇ ਵਾਲੇ ਹੋਏ ਨੇ। ਸੰਸਾਰ ਵਿੱਚ ਰਹਿੰਦੇ ਹੋਏ ਵੀ ਧੰਦਿਆਂ ਤੋਂ ਉਪਰਾਮ ਨੇ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੈ ਹੋਵੇ ਮੁਕਤ। ਗੁਰੂ ਦੇ ਧਾਰਨੇ ਵਾਲਾ ਜਿਹੜਾ ਮੁਰੀਦ ਹੈ, ਹੱਸਦਿਆਂ ਖੇਡਦਿਆਂ ਸੰਸਾਰ ਵਿੱਚ ਵਿਚਰਦਿਆਂ ਗ੍ਰਸਤ ਵਿੱਚ ਉਪਰਾਮ ਹੋ ਜਾਂਦਾ ਹੈ, ਭਵ ਸਾਗਰ ਤੋਂ ਤਰ ਜਾਂਦਾ ਹੈ। ਕਾਮ ਕ੍ਰੋਧ ਅਹੰਕਾਰ ਤਜੀਅਲੇ, ਲੋਭ ਮੋਹ ਤਿਸ ਮਾਇਆ। ਗੁਰੂ ਦੀ ਸ਼ਰਨ ਆ ਕੇ ਨਾਮ ਜਪਦਾ ਹੋਇਆ ਉਹ ਕਾਮ ਕ੍ਰੋਧ ਅਹੰਕਾਰ ਤੋਂ ਵੱਖ ਹੋ ਜਾਂਦਾ ਹੈ। ਉਹਦੇ ਅੰਦਰ ਲੋਭ ਨਹੀਂ ਰਹਿੰਦਾ, ਦੂਸਰਿਆਂ ਦੇ ਪਦਾਰਥ ਖੋਹਣ ਦੀ ਇੱਛਾ ਨਹੀਂ ਰਹਿੰਦੀ, ਉਹਨੂੰ ਸੰਸਾਰ ਦਾ ਮੋਹ ਨਹੀਂ ਰਹਿੰਦਾ। ਉਹਦੇ ਅਤੇ ਪ੍ਰਮਾਤਮਾ ਦੇ ਦਰਮਿਆਨ ਜੋ ਰੋਕਾਂ ਨੇ, ਜੋ ਮਾਇਆ ਹੈ, ਉਹ ਨਹੀਂ ਰਹਿੰਦੀ, ਪ੍ਰਮਾਤਮਾ 'ਚ ਇਕਮਿਕ ਹੋ ਜਾਂਦਾ ਹੈ। ਮਨ ਤਤ ਅਵਗਤ ਧਿਆਇਆ, ਗੁਰ ਪ੍ਰਸਾਦੀ ਪਾਇਆ। ਤਤ ਸਾਰ ਵਸਤੂ, ਸਾਡਾ ਜੜ ਜੋ ਪਰਮ ਈਸ਼ਵਰ ਹੈ, ਇਹ ਮਨ ਉਸ ਤਤਵ ਵਸਤੂ ਨੂੰ ਧਿਆਇਆ ਕਰ, ਪਰਮਾਤਮਾ ਦੇ ਗੀਤ ਗਾਇਆ ਕਰ।
ਜੋ ਅਵਗਤ ਹੈ, ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਅਵਿਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ। ਧਿਆਉਣਾ ਕਿੱਦਾਂ ਹੈ? ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸ਼ਬਦ ਦਾ ਉਪਦੇਸ਼ ਲੈ ਕੇ, ਤੇ ਜਿਹੜਾ ਫਿਰ ਧਿਆਉਂਦਾ ਹੈ ਗੁਰਪ੍ਰਸਾਦੀ, ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦੀ ਸੱਚਾ ਹਰਿ ਪਾਏ, ਪਰਮਾਤਮਾ ਉਹਨਾਂ ਨੂੰ ਮਿਲ ਜਾਂਦਾ ਹੈ। ਗਿਆਨ ਧਿਆਨ ਸਬਦਾਤ ਕਥੀਅਲੇ, ਸੇਤ ਬਰਨ ਸਭ ਦੂਤਾ। ਦੁਨੀਆ ਦਾ ਗਿਆਨ ਹੋਣਾ ਕੋਈ ਵੱਡੀ ਗੱਲ ਨਹੀਂ, ਸਕੂਲਾਂ ਕਾਲਜਾਂ ਵਿੱਚ ਹੋ ਜਾਂਦਾ ਹੈ, ਗੁਰੂਕੁਲ ਵਿੱਚ ਜਾ ਕੇ ਹੋ ਜਾਂਦਾ ਹੈ। ਪਰ ਰੱਬ ਦਾ ਗਿਆਨ, ਪਰਮਾਰਥ ਦਾ ਰਸਤਾ ਮਾਲੂਮ ਹੋ ਜਾਣਾ, ਇਹ ਵਿਰਲੇ ਕਿਸੇ ਨੂੰ ਹੀ ਦਾਤ ਮਿਲਦੀ ਹੈ। ਸੰਸਾਰ ਦਾ ਧਿਆਨ ਸਾਰੇ ਹੀ ਲਾ ਲੈਂਦੇ ਨੇ, ਨਿਰੰਕਾਰ ਦਾ ਧਿਆਨ ਕਿਸੇ ਵਿਰਲੇ ਕੋਲੋਂ ਹੀ ਲੱਗਾ ਹੈ। ਤੋ ਕਹਿੰਦੇ ਇਹ ਵੱਡੀ ਦਾਤ ਹੈ, ਪਰਮਾਤਮਾ ਦਾ ਗਿਆਨ ਤੇ ਉਹਦੇ ਚਰਨਾਂ ਦਾ ਧਿਆਨ ਜੁੜ ਜਾਣਾ। ਤੇ ਜਦੋਂ ਇਹ ਅਵਸਥਾ ਤੇ ਪਹੁੰਚ ਜਾਈਦਾ ਹੈ, ਅੱਗੇ ਲਫ਼ਜ਼ ਵਰਤਿਆ ਹੈ ਸੇਤ ਬਰਨ, ਭਾਵ ਰੰਗ ਚਿੱਟਾ ਪੈ ਜਾਣਾ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਵਿਕਾਰ ਨੇ, ਉਹਨਾਂ ਦਾ ਰੰਗ ਫਿੱਕਾ ਪੈ ਗਿਆ, ਚਿੱਟਾ ਪੈ ਗਿਆ। ਉਹ ਭੈ ਸਹਿਤ ਹੋ ਗਏ ਵੀ ਇੱਥੇ ਨਹੀਂ ਚੱਲਣੀ ਹੁਣ, ਇਹ ਤੇ ਨਾਮ ਬੜਾ ਜਪਦਾ ਹੈ। ਬ੍ਰਹਮ ਕਮਲ ਮਦ ਤਾਸ ਰਸਾਦੰ, ਜਾਗਤ ਨਾਹੀ ਸੂਤਾ। ਐਸਾ ਜਿਹੜਾ ਗੁਰਮੁਖ ਪਿਆਰਾ ਹੈ, ਰਸਾਧੰ, ਉਹ ਰਸ ਚੱਖ ਲੈਂਦਾ ਹੈ। ਕਾਹਦਾ ਜੀ? ਬ੍ਰਹਮ ਕਮਲ ਦਾ, ਜੋ ਪਰਮੇਸ਼ਵਰ ਹੈ, ਉਹਦੇ ਨਾਮ ਦਾ ਸ਼ਹਿਦ ਰੂਪੀ, ਅੰਮ੍ਰਿਤ ਰੂਪੀ ਰਸ ਉਹਨੂੰ ਪ੍ਰਾਪਤ ਹੋ ਜਾਂਦਾ। ਫਿਰ ਉਹ ਕਦੇ ਵੀ ਮਾਇਆ ਦੀ ਨੀਂਦ ਵਿੱਚ ਸੌਂਦਾ ਨਹੀਂ ਹੈ, ਅਵਿਦਿਆ ਦੀ ਨੀਂਦ ਵਿੱਚ ਸੌਂਦਾ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਸੌਂਦਾ ਨਹੀਂ ਹੈ। ਮਹਾ ਗੰਭੀਰ ਪਤਰ ਪਾਤਾਲਾ, ਨਾਨਕ ਸਰਬ ਜੁਆਇਆ। ਪਰਮੇਸ਼ਵਰ ਬੜਾ ਡੂੰਘਾ ਹੈ, ਮਹਾ ਗੰਭੀਰ ਹੈ, ਜਿਹਦਾ ਥਲੜਾ ਪਾਸਾ ਨਹੀਂ ਦਿਖਦਾ। ਸਾਗਰ ਦਾ ਤੇ ਉਰਲਾ ਪਰਲਾ ਕੰਢਾ ਦਿਖ ਜਾਂਦਾ ਹੈ, ਪਰਮਾਤਮਾ ਦਾ ਕੋਈ ਕੰਢਾ ਨਹੀਂ ਹੈ। ਏਡੀ ਵੱਡੀ ਬੁਲੰਦ ਹਸਤੀ ਹੈ, ਉਹਦੀ ਜੜ ਡੂੰਘੀ ਹੈ ਜੋ ਨਜ਼ਰੀ ਨਹੀਂ ਆਉਂਦੀ। ਇਹ ਪਾਤਾਲ, ਇਹ ਆਕਾਸ਼, ਇਹ ਮਿਲੀਅਨਸ ਆਫ ਗਲੈਕਸੀਜ਼, ਇਹ ਸਭ ਉਹਨੂੰ ਲੱਗੇ ਹੋਏ ਫਲ ਫੁੱਲ ਨੇ। ਇਹ ਉਸੇ ਪਰਮੇਸ਼ਵਰ ਦਾ ਵਿਸਥਾਰ ਹੈ। ਤੋ ਗੁਰਦੇਵ ਕਹਿੰਦੇ ਨੇ ਪਰਮਾਤਮਾ ਸਾਰੀ ਮਨੁੱਖਤਾ ਵਿੱਚ, 84 ਲੱਖ ਜੂਨਾਂ ਵਿੱਚ, ਖੰਡਾਂ ਬ੍ਰਹਿਮੰਡਾਂ ਵਿੱਚ, ਗਲੈਕਸੀਜ਼ ਦੇ ਵਿੱਚ ਆਪ ਸਮਾਇਆ ਹੈ। ਹਰ ਜ਼ਰੇ ਦੇ ਵਿੱਚ ਉਹਦੀ ਜੋਤ ਜੁੜੀ ਹੋਈ ਹੈ, ਉਹਦਾ ਸੰਜੋਗ ਬਣਿਆ ਹੋਇਆ। ਜੋ ਆਇਆ ਕੀ ਹੁੰਦਾ? ਸੰਬੰਧਿਤ ਹੋਣਾ। ਉਹ ਹਰ ਜ਼ਰੇ ਦੇ ਨਾਲ ਸੰਬੰਧਿਤ ਹੈ, ਉਹ ਕਿਸੇ ਪਾਸੋਂ ਵੀ ਦੂਰ ਨਹੀਂ ਹੈ। ਉਪਦੇਸ਼ ਗੁਰੂ ਮਮ ਪੁਨਹਿ ਨ ਗਰਬੰ, ਬਿਖ ਤਜ ਅੰਮ੍ਰਿਤ ਪੀ ਆਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਉਪਦੇਸ਼ ਲੈ ਲਿਆ, ਉਹ ਫਿਰ ਪੁਨਹਿ ਨ ਗਰਭੰ, ਦੋਹਰੇ ਗਰਭ ਵਿੱਚ ਨਹੀਂ ਆਉਂਦੇ। ਉਹ 84 ਲੱਖ ਜੂਨਾਂ ਵਿੱਚ ਨਹੀਂ ਆਉਂਦੇ, ਕਿਉਂਕਿ ਉਹਨਾਂ ਨਾਮ ਦਾ ਅੰਮ੍ਰਿਤ ਪੀਤਾ, ਨਿਰੰਕਾਰ ਦਾ ਅੰਮ੍ਰਿਤ ਪੀਤਾ, ਤੇ ਸੰਸਾਰ ਦੀ ਮਾਇਆ ਨੂੰ ਜ਼ਹਿਰ ਰੂਪ ਸਮਝ ਕੇ ਛੱਡ ਦਿੱਤਾ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੀ ਜੀਓ। ਸਤਿਗੁਰਾਂ ਨੇ ਐਸੇ ਉਹਨਾਂ ਦੇ ਵਿਕਾਰਾਂ ਦੇ ਬੰਧਨ ਤੋੜੇ ਨੇ। ਹੁਣ ਉਹ 84 ਲੱਖ ਜੂਨਾਂ ਵਿੱਚ ਨਹੀਂ ਆਉਣਗੇ। ਰੋਗਾਂ ਸੋਗਾਂ ਤੋਂ ਉਹਨਾਂ ਨੂੰ ਨਿਜਾਤ ਮਿਲ ਜਾਂਦੀ ਹੈ। ਇੱਥੇ ਦਾਸ ਸ਼੍ਰੀ ਮੁਖਵਾਕ ਦੀ ਵਿਚਾਰ ਨੂੰ ਵਿਸ਼ਰਾਮ ਦਿੰਦਾ ਹੈ। ਅੱਜ ਇੱਕ ਮਹਾਨ ਸ਼ਹੀਦੀ ਦਿਹਾੜਾ ਹੈ, ਉਸ ਦੀ ਵਿਚਾਰ ਵੱਲ ਮੈਂ ਵਧਦਾ ਹਾਂ। ਸਿੱਖ ਜਗਤ ਦੇ ਅੰਦਰ ਬੇਅੰਤ ਸ਼ਹਾਦਤਾਂ ਨੇ ਔਰ ਸ਼ਹੀਦਾਂ ਦਾ ਬੜਾ ਮਹਾਨ ਮਰਤਬਾ ਹੈ। ਸੰਤ ਅਤੇ ਸਿਪਾਹੀ ਦਾ ਰੁਤਬਾ ਗੁਰੂ ਪਰਮੇਸ਼ਰ ਤੋਂ ਬਾਅਦ ਸਿੱਖੀ ਵਿੱਚ ਆਉਂਦਾ ਹੈ। ਤੁਸੀਂ ਰੋਜ਼ ਤੇ ਬਾਣੀ ਵਿੱਚ ਪੜ੍ਹਦੇ ਹੋ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਈਤ ਹੈ। ਸੂਰਾ ਇੱਥੇ ਸੰਤ ਦੀ ਗੱਲ ਹੈ। ਜਿਹੜਾ ਗਿਆਨ ਖੜਗ ਨਾਲ ਵਿਕਾਰਾਂ ਨੂੰ ਵੱਢ ਸੁੱਟੇ, ਉਹ ਸੂਰੇ ਦਾ ਨਾਂ ਸੰਤ ਹੈ। ਦੂਸਰਾ,
ਇੱਥੇ ਸ਼ਹੀਦ ਦਾ ਅਦਬ ਹੈ। ਜੋ ਸਿਪਾਹੀ ਹੈ ਦੀਨ ਲਈ ਸਿਰ ਦਿੰਦਾ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੈ ਹੇਤ, ਉਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪ੍ਰਵਾਣੋ, ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ। ਜਿਹੜੇ ਦੀਨ ਲਈ ਸਿਰ ਦਿੰਦੇ ਨੇ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਉਹਨਾਂ ਨੂੰ ਮਾਣ ਮਿਲਦਾ ਹੈ। ਮੇਰਾ ਭਾਵ ਹੈ ਅੱਜ ਦੇ ਦਿਨ 6 ਜਨਵਰੀ 1999 ਤਿਹਾੜ ਜੇਲ੍ਹ ਦਿੱਲੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਅੱਜ ਫਾਂਸੀ ਚੜਾਇਆ ਗਿਆ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਤੇ ਭਾਈ ਬੇਅੰਤ ਸਿੰਘ ਉਹ ਤੇ 31 ਅਕਤੂਬਰ 1984 ਨੂੰ ਹੀ ਜਦੋਂ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਿਆ ਸੀ ਉੱਥੇ ਹੀ ਸ਼ਹੀਦ ਹੋ ਗਏ ਸਨ। ਧਿਆਨ ਦਿਓ ਇਹ ਸ਼ਹਾਦਤਾਂ ਦਾ ਦੌਰ ਕਿਉਂ ਚੱਲਦਾ ਹੈ। ਐਜ਼ ਅ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੀ ਹਾਲਤ ਬੜੀ ਨਾਜ਼ੁਕ ਹੁੰਦੀ ਜਾ ਰਹੀ ਸੀ। ਸਿਆਸੀ ਪਿੜ ਦੇ ਵਿੱਚ ਓਪੋਜੀਸ਼ਨ ਬੜੀ ਸਟਰੋਂਗ ਹੋ ਰਹੀ ਸੀ। ਉਹਨੇ ਵੇਖਿਆ ਵੀ ਇਹ ਬਹੁਮਤ ਦੀ ਵੋਟ ਕਿਵੇਂ ਲਈ ਜਾਵੇ। ਸਿੱਖ ਆਪਣੀਆਂ ਹੱਕੀ ਮੰਗਾਂ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਮੰਗ ਰਹੇ ਸਨ, ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਸੀ, ਰਿਪੇਰੀਅਨ ਲਾਜ਼ ਦੇ ਅਕੋਰਡਿੰਗ ਪਾਣੀ ਦੀ ਵੰਡ ਹੋਵੇ, ਪੰਜਾਬ ਨੂੰ ਪਾਣੀ ਦੇ ਮੁੱਲ ਮਿਲਣ, ਚਾਹੇ ਉਹ ਸਿੱਖ ਧਰਮ ਦੀ ਅੱਡਰੀ ਹਸਤੀ ਸੀ, ਸਿੱਖ ਹਿੰਦੂ ਨਹੀਂ ਹੈ, ਚਾਹੇ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਸੀ। ਇੰਦਰਾ ਗਾਂਧੀ ਨੇ ਜਾਣ ਬੁੱਝ ਕੇ ਮੀਡੀਏ ਰਾਹੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ, ਸਿੱਖ ਜਗਤ ਨੂੰ, ਆਨੰਦਪੁਰ ਦੇ ਮਤੇ ਨੂੰ, ਧਰਮ ਯੁੱਧ ਮੋਰਚੇ ਨੂੰ ਡਿਫੇਮ ਕੀਤਾ ਵੀ ਇਹ ਅੱਤਵਾਦ ਦੀ, ਵੱਖਵਾਦ ਦੀ, ਭਾਰਤ ਨੂੰ ਚੀਰਨ ਦੀ, ਪਾੜਨ ਦੀ ਗੱਲ ਕਰਦੇ ਨੇ। ਤਕਰੀਬਨ ਹੀ 90% ਹਿੰਦੂਆਂ ਦੇ ਮਨ ਵਿੱਚ ਇਹ ਬਹਿ ਗਿਆ ਸੀ ਵੀ ਸੰਤ ਜਰਨੈਲ ਸਿੰਘ ਆਤੰਕਵਾਦੀ ਨੇ, ਸਿੱਖ ਵੱਖਵਾਦੀ ਨੇ, ਅੱਤਵਾਦੀ ਨੇ। ਜਿਨ੍ਹਾਂ ਮਹਿਮੂਦ ਗਜ਼ਨਵੀ ਤੋਂ 1001 ਈਸਵੀ ਤੋਂ ਮੁਗਲਿਆ ਸਲਤਨਤ, ਪਠਾਨ ਡਾਇਨੈਸਟੀ, ਲੋਧੀ ਡਾਇਨੈਸਟੀ ਦਾ ਰਾਜ ਭਾਗ ਜੋ 700 ਸਾਲ ਤੋਂ ਭਾਰਤ ਵਰਸ਼ ਤੇ ਚੱਲ ਰਿਹਾ ਸੀ, ਦਿੱਲੀ ਚੋਂ ਪੁੱਟਿਆ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਏ ਦੇ ਰੂਪ ਵਿੱਚ, ਜਿਨ੍ਹਾਂ 90% ਦੀ ਕੁਰਬਾਨੀਆਂ ਅੰਗਰੇਜ਼ਾਂ ਨੂੰ ਭਾਰਤ ਚੋਂ ਬਾਹਰ ਕੱਢਣ ਲਈ ਦਿੱਤੀਆਂ, ਅੱਜ ਉਹਨਾਂ ਸਿੱਖਾਂ ਨੂੰ ਅੱਤਵਾਦੀ ਦਿਖਾ ਦਿੱਤਾ ਗਿਆ। ਤਿਆਰੀ ਹੋ ਗਈ, ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ 1 ਜੂਨ ਤੋਂ ਲੈ ਕੇ 6 ਜੂਨ ਤੱਕ 1984 ਵਿੱਚ। ਨਾਲ ਤਕਰੀਬਨ 40 ਗੁਰਦੁਆਰੇ ਹੋਰ ਪੰਜਾਬ ਦੇ ਇਤਿਹਾਸਕ ਜਿਨ੍ਹਾਂ ਤੇ ਅਟੈਕ ਕੀਤਾ ਗਿਆ। ਸੰਤ ਜਰਨੈਲ ਸਿੰਘ ਅਨੇਕਾਂ ਸਿੰਘਾਂ ਸਮੇਤ ਸ਼ਹੀਦ ਹੋਏ। ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਹੀਦ ਹੋਏ, ਸੰਪਰਦਾਵਾਂ ਦੇ ਸਿੰਘ ਵੀ ਸ਼ਹੀਦ ਹੋਏ। ਹੁਣ ਜਦੋਂ ਸ਼ਹਾਦਤਾਂ ਹੋ ਗਈਆਂ, ਰੌਲਾ ਪਾਤਾ ਜੀ ਸੰਤ ਜਰਨੈਲ ਸਿੰਘ ਹਥਿਆਰ ਲੈ ਕੇ ਬੈਠੇ ਸੀ ਤਾਂ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ, ਅੱਤਵਾਦੀ ਨੇ। ਕਦੇ ਐਸ.ਕੇ. ਸਿਨਹਾ ਦੀ ਇੰਟਰਵਿਊ ਸੁਣਿਓ, ਆਰਮੀ ਚੀਫ ਸੀ, ਉਹਨੂੰ ਆਖਿਆ ਸੀ ਇੰਦਰਾ ਗਾਂਧੀ ਨੇ ਤੂੰ ਹਮਲਾ ਕਰ, ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਉਹ ਕਹਿੰਦਾ ਨਹੀਂ, ਮੈਂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈਣਾ ਹੈ। ਉਹਦੀ ਇੰਟਰਵਿਊ ਸੁਣੋ, ਉਹ ਕਹਿੰਦਾ ਨਹੀਂ, ਸੰਤ ਅਟੈਕ ਨਹੀਂ ਸੀ ਕਰਨਾ ਚਾਹੁੰਦੇ, ਸੰਤ ਜਰਨੈਲ ਸਿੰਘ ਵਾਜ਼ ਔਨ ਡਿਫੈਂਸਿਵ ਮੋਡ। ਉਹ ਹਥਿਆਰ ਲੈ ਕੇ ਡਿਫੈਂਸ ਦੇ ਸਨ ਵੀ ਜੇ ਇੰਦਰਾ ਨੇ ਹਮਲਾ ਕੀਤਾ ਤੇ ਅਸੀਂ ਆਪਣੇ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਵਾਂਗੇ। ਹਥਿਆਰ ਇਸ ਲਈ ਉਹਨਾਂ ਰੱਖੇ। ਚਕਰਾਤਾ ਵਿੱਚ 18 ਮਹੀਨੇ ਪਹਿਲਾਂ ਹੀ ਜੂਨ 1984 ਤੋਂ ਇੰਦਰਾ ਗਾਂਧੀ ਰੈਪਲੀਕਾ ਬਣਾ ਕੇ, ਮਾਡਲ ਬਣਾ ਕੇ ਹਰਮੰਦਰ ਸਾਹਿਬ ਦਾ ਟ੍ਰੇਨਿੰਗ ਦੇ ਰਹੀ ਸੀ ਸਿਪਾਹੀਆਂ ਨੂੰ। 18 ਮਹੀਨੇ ਪਹਿਲਾਂ ਤਾਂ ਕੋਈ ਝਗੜਾ ਹੀ ਨਹੀਂ ਹੈ ਸਿੱਖ ਜਗਤ ਦਾ। ਜਾਣ ਬੁੱਝ ਕੇ ਇਲੈਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਸੀ ਜੋ ਦਸੰਬਰ 1984 ਵਿੱਚ ਹੋਣੀ ਸੀ। ਹੋਇਆ ਵੀ ਇਸੇ ਤਰ੍ਹਾਂ।
ਲੋਕਾਂ ਦੇ ਸਾਹਮਣੇ ਇਹ ਪ੍ਰਗਟ ਹੋ ਗਿਆ ਵੀ ਵਾਕਿਆ ਹੀ ਦੁਰਗਾ ਦੇਵੀ ਨੇ ਆਤੰਕਵਾਦੀ ਮਾਰੇ ਨੇ। ਭਾਵੇਂ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਨੇ, ਇੰਦਰਾ ਗਾਂਧੀ ਨੇ ਜੋ ਸਿੱਖ ਜਗਤ ਦੀ ਦਸਤਾਰ ਲਾਈ ਸੀ ਉਹਦਾ ਬਦਲਾ ਲੈ ਲਿਆ। 31 ਅਕਤੂਬਰ 1984 ਨੂੰ ਉਹਨੂੰ ਮੌਤ ਦੇ ਘਾਟ ਉਤਾਰਿਆ, ਪਰ ਇੰਦਰਾ ਦੇ ਫਰਜ਼ੰਦ ਰਾਜੀਵ ਗਾਂਧੀ ਨੂੰ ਭਾਰਤ ਵਰਸ਼ ਦੇ ਲੋਕਾਂ ਨੇ 514 ਵਿੱਚੋਂ 404 ਸੀਟਾਂ ਜਿਤਾ ਕੇ ਪ੍ਰਾਈਮ ਮਿਨਿਸਟਰ ਬਣਾਇਆ। ਜੋ ਚਾਹੁੰਦੀ ਸੀ ਉਹ ਹੋ ਗਿਆ, ਪਰ ਉਹ ਆਪ ਤਖਤ ਨਹੀਂ ਭੋਗ ਸਕੀ, ਉਹਦੇ ਫਰਜ਼ੰਦ ਰਾਜੀਵ ਗਾਂਧੀ ਨੇ ਤਖਤ ਭੋਗਿਆ। ਲੋਕ ਕਹਿੰਦੇ ਸਨ ਇਹ ਦੁਰਗਾ ਦਾ ਰੂਪ ਹੈ। ਜੂਨ ਮਹੀਨੇ ਨੂੰ ਇੰਦਰਾ ਗਾਂਧੀ ਭੁਲਾਉਣਾ ਚਾਹੁੰਦੀ ਸੀ। ਕਰਿੰਦੇ ਉਹਨੂੰ ਖੁਸ਼ ਕਰਨ ਲਈ ਵਾਰ-ਵਾਰ ਕਹਿੰਦੇ ਸੀ ਮਾਈ ਤੂੰ ਦੁਰਗਾ ਦਾ ਰੂਪ ਹੈ, ਪਰ ਇਹ ਝੂਠੀ ਵਡਿਆਈ ਇੰਦਰਾ ਗਾਂਧੀ ਨੂੰ ਧੀਰਜ ਨਹੀਂ ਸੀ ਦਿੰਦੀ। ਉਹ ਬੇਚੈਨ ਰਹਿੰਦੀ ਹੈ। ਇੰਦਰਾ ਗਾਂਧੀ ਦੇ ਖਾਸਮ ਖਾਸ ਨੇ ਪੁੱਛਿਆ ਦੀਵਾਲੀ ਆਈ ਹੈ ਕੀ ਵੰਡੀਏ ਸਿਪਾਹੀਆਂ ਵਿੱਚ? ਇੰਦਰਾ ਨੇ ਆਖਿਆ ਮਠਿਆਈਆਂ ਵੰਡ ਦਿਓ। ਦੀਵਾਲੀ ਵੰਡੀ ਗਈ। ਇੰਦਰਾ ਨੇ ਪੁੱਛਿਆ ਕਰਿੰਦੇ ਤੋਂ ਸਭ ਨੂੰ ਦੀਵਾਲੀ ਵੰਡ ਦਿੱਤੀ? ਕਹਿੰਦਾ ਮੈਡਮ 2 ਸਰਦਾਰਾਂ ਨੇ ਮਠਿਆਈ ਨਹੀਂ ਲਈ। ਇੰਦਰਾ ਨੇ ਪੁੱਛਿਆ ਉਹ ਕੌਣ ਨੇ? ਕਹਿੰਦੇ ਮੈਡਮ ਤੁਹਾਡੇ ਸਿਪਾਹੀ ਬੇਅੰਤ ਸਿੰਘ ਤੇ ਸਤਵੰਤ ਸਿੰਘ। ਰਾਜੀਵ ਗਾਂਧੀ ਸੁਣਦਾ ਹੈ। ਉਹ ਕਹਿੰਦਾ ਇਹਨਾਂ ਦੀ ਬਦਲੀ ਕਰ ਦੇਣੀ ਚਾਹੀਦੀ ਹੈ। ਤੇ ਇੰਦਰਾ ਗਾਂਧੀ ਨੇ ਜਵਾਬ ਦਿੱਤਾ ਸੀ ਜੇ ਮੈਂ ਬਦਲੀ ਕਰ ਦਿੱਤੀ ਤੇ ਭਾਰਤ ਵਰਸ਼ ਦੇ ਲੋਕ ਮੈਨੂੰ ਡਰੀ ਹੋਈ ਆਖਣਗੇ। ਬਦਲੀ ਨਹੀਂ ਕਰਨੀ, ਇਹਨਾਂ ਦਾ ਧਿਆਨ ਰੱਖੋ। ਉਧਰ ਪੰਜਾਬ ਦੀ ਧਰਤੀ ਤੇ ਸਿਮਿਆਂ ਵਰਗੀ ਚੁੱਪ ਛਾਈ ਹੋਈ ਸੀ। ਦਸਤਾਰਾਂ ਵਾਲੇ ਕਿਸੇ ਨਾਲ ਅੱਖ ਨਹੀਂ ਸੀ ਮਿਲਾਉਂਦੇ। ਜੇ ਕੋਈ ਅੱਖਾਂ ਵਿੱਚ ਅੱਖਾਂ ਪਾਉਂਦਾ ਤੇ ਅੱਖਾਂ ਨੀਵੀਆਂ ਕਰਕੇ ਲੰਘ ਜਾਂਦੇ ਸਨ। ਮਨ ਅਸ਼ਾਂਤ ਸੀ। ਛਾਤੀ ਦੇ ਵਿੱਚ ਸੂਲ ਚੁਭਦਾ ਸੀ, ਕਿਉਂਕਿ ਸਭ ਤੋਂ ਮੁਕੱਦਸ ਜਗ੍ਹਾ ਸਿੱਖ ਜਗਤ ਦੀ ਹਰਮੰਦਰ ਸਾਹਿਬ ਅਕਾਲ ਤਖਤ ਢਹਿ ਢੇਰੀ ਕੀਤਾ ਸੀ ਇੰਦਰਾ ਗਾਂਧੀ ਦੇ ਹੁਕਮ ਵਿੱਚ। ਭਾਰਤ ਵਰਸ਼ ਦੀ ਫੌਜ ਦੇ ਅਕਾਲ ਤਖਤ ਦੇ ਸਾਹਮਣੇ 2 ਕੇਸਰੀ ਨਿਸ਼ਾਨ ਸਾਹਿਬ ਹਵਾ ਵਿੱਚ ਝੂਲਦੇ ਇਉਂ ਜਾਪਦੇ ਸਨ ਵੀ ਸਲਾਹਾਂ ਕਰਦੇ ਨੇ ਕਿਸ ਤਰ੍ਹਾਂ ਸਿੱਖ ਜਗਤ ਦੀ ਲੱਥੀ ਪੱਗ ਸਿਰ ਤੇ ਰੱਖੀ ਜਾਵੇ। ਸਿੱਖਾਂ ਨੂੰ ਵੇਖ ਕੇ ਲੋਕ ਟਿਚਰਾਂ ਕਰਦੇ ਸਨ, ਕਿੱਥੇ ਗਿਆ ਤੁਹਾਡਾ ਅੱਜ ਤੀਰ ਵਾਲਾ ਬਾਬਾ? ਕਿੱਥੇ ਹੈ ਤੁਹਾਡਾ ਅੱਜ ਭਿੰਡਰਾਂ ਵਾਲਾ? ਸਿੱਖ ਸੁਣ ਕੇ ਅੱਖਾਂ ਵੈਰਾਗ ਨਾਲ ਗਿੱਲੀਆਂ ਕਰਕੇ ਅਗਾਂਹ ਲੰਘ ਜਾਂਦੇ ਸਨ। ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ। 29 ਅਕਤੂਬਰ ਦਾ ਦਿਨ ਚੜ੍ਹਿਆ। ਇੰਦਰਾ ਗਾਂਧੀ ਨੂੰ ਆਖਿਆ ਗਿਆ ਮੈਡਮ ਆਇਰਿਸ਼ ਡਾਇਰੈਕਟਰ ਪੀਟਰ ਉਸਤੀਨੋਵ ਤੁਹਾਡੇ ਤੇ ਡਾਕੂਮੈਂਟਰੀ ਬਣਾਉਣੀ ਚਾਹੁੰਦਾ, ਕਦੋਂ ਦੀ ਅਪੁਆਇੰਟਮੈਂਟ ਦਈਏ? ਇੰਦਰਾ ਨੇ ਆਖਿਆ 31 ਅਕਤੂਬਰ ਦੀ ਅਪੁਆਇੰਟਮੈਂਟ ਦੇ ਦਿਓ, ਇਹਦੇ ਬਾਅਦ ਮੀਟਿੰਗ ਬਰਖਾਸਤ ਹੁੰਦੀ ਹੈ। 30 ਅਕਤੂਬਰ ਦਾ ਦਿਨ ਚੜ੍ਹਿਆ। ਇੰਦਰਾ ਗਾਂਧੀ ਚੋਣ ਪ੍ਰਚਾਰ ਦੇ ਲਈ ਉੜੀਸਾ ਨੂੰ ਜਾਂਦੀ ਹੈ। ਬੜੇ ਤਕੜੇ ਮੈਟਲ ਡਿਟੈਕਟਰ ਲਾਏ ਗਏ ਵੀ ਇੰਦਰਾ ਗਾਂਧੀ ਵੱਲ ਜਾਂਦੀ ਹਵਾ ਨੂੰ ਵੀ ਚੈੱਕ ਕੀਤਾ ਜਾਵੇ, ਕਿਧਰੇ ਕੋਈ ਹਥਿਆਰ ਲੈ ਕੇ ਨਾ ਲੰਘੇ। ਪਰ ਇੰਦਰਾ ਗਾਂਧੀ ਦਾ ਭਰੋਸਾ ਸਿਕਿਉਰਿਟੀ ਤੋਂ ਉੱਠ ਚੁੱਕਿਆ ਸੀ। ਉਹ ਕਬੂਲ ਕਰ ਚੁੱਕੀ ਸੀ ਉਹਦਾ ਅੰਤ ਨੇੜੇ ਆ, ਕਿਉਂਕਿ ਜਿਹੜਾ ਵੀ ਸਿੱਖਾਂ ਦੀ ਮੁਕੱਦਸ ਜਗ੍ਹਾ ਹਰਮੰਦਰ ਸਾਹਿਬ ਤੇ ਹਮਲਾ ਕਰਦਾ ਹੈ ਉਹਨੂੰ ਪਾਤਾਲ ਵਿੱਚੋਂ ਵੀ ਸਿੱਖ ਲੱਭ ਕੇ ਮੌਤ ਦੇ ਘਾਟ ਉਤਾਰਦੇ ਨੇ। ਉਹਦਾ ਅੰਦਰਲਾ ਡਰ ਜ਼ਾਹਰ ਸੀ। ਇੰਦਰਾ ਨੇ ਭੁਵਨੇਸ਼ਵਰ ਸਪੀਚ ਦਿੱਤੀ ਹੈ। ਗਰਜਵੀਂ ਆਵਾਜ਼ ਦੇ ਵਿੱਚ ਆਖਣ ਲੱਗੀ ਮੈਨੂੰ ਫਿਕਰ ਨਹੀਂ ਹੈ ਮੈਂ ਜਿਉਂਦੀ ਰਹਾਂਗੀ ਜਾਂ ਨਹੀਂ, ਪਰ ਜਦੋਂ ਤੱਕ ਜਿਉਂਦੀ ਹਾਂ ਦੇਸ਼ ਦੀ ਸੇਵਾ ਵਿੱਚ ਲੱਗੀ ਰਵਾਂਗੀ। ਮੇਰੀ ਹਰ ਬੂੰਦ ਭਾਰਤ ਵਰਸ਼ ਦੀ ਸੇਵਾ ਵਿੱਚ ਲੱਗੀ ਰਹੇਗੀ। ਵਾਧੂ ਦਾ ਹੁਲਾਰਾ ਆਪਣੀ ਆਵਾਜ਼ ਵਿੱਚ ਦੇ ਕੇ ਬੇਖੌਫ ਆਪਣੇ ਆਪ ਨੂੰ ਦਰਸਾਉਂਦੀ ਇੰਦਰਾ ਗਾਂਧੀ ਵਾਪਸ ਦਿੱਲੀ ਮੁੜਦੀ ਹੈ।
ਦੂਸਰੀ ਤਰਫ ਭਾਰਤ ਵਰਸ਼ ਅੰਦਰ ਮਹਿਫਲਾਂ ਦੇ ਹਾਸੇ ਗੂੰਜ ਰਹੇ ਸਨ। ਇੱਕ ਕਹਿੰਦਾ ਹੈ ਮੈਨੂੰ ਤੇ ਸਿੱਖਾਂ ਦਾ ਇਤਿਹਾਸ ਗੱਪਾਂ ਹੀ ਲੱਗਦਾ ਹੈ, ਦੂਜਾ ਕਹਿੰਦਾ ਕਿਹੜੀਆਂ ਗੱਪਾਂ ਮੈਨੂੰ ਸੁਣਾ। ਕਹਿੰਦਾ ਜਿਹੜਾ ਕਹਿੰਦੇ ਨੇ ਵੀ ਅਸੀਂ ਇੰਨੇ ਦਿਨਾਂ ਵਿੱਚ ਹਰਿਮੰਦਰ ਸਾਹਿਬ ਦਾ ਬਦਲਾ ਲੈ ਲਿਆ, ਬੇਅਦਬੀ ਕਰਨ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ, 1.25 ਲੱਖ ਸੇ ਏਕ ਲੜਾਊਂ, ਇਹ ਸਾਰੀਆਂ ਬਾਤਾਂ ਝੂਠੀਆਂ ਜਾਪਦੀਆਂ ਨੇ। ਅੱਜ ਤੇ ਸਿੱਖ ਸੁੱਤੇ ਪਏ ਨੇ, ਖਿੜਖੜਾ ਕੇ ਸਾਰੇ ਹੱਸ ਪਏ। ਇੱਕ ਸਾਊ ਜਿਹਾ ਬੰਦਾ ਨਾ ਮਹਿਫਲ ਦੇ ਕੋਨੇ ਵਿੱਚ ਬੈਠਾ ਹੈ, ਉਹ ਧਿਆਨ ਨਹੀਂ ਦੇ ਰਿਹਾ ਬਾਤਾਂ ਵੱਲ। ਇੱਕ ਸਾਥੀ ਨੇ ਪੁੱਛਿਆ, ਸਾਊ ਤੂੰ ਨਹੀਂ ਕੁਝ ਬੋਲਦਾ, ਤੂੰ ਨਹੀਂ ਹੱਸਦਾ? ਉਹਨੇ ਜਵਾਬ ਦਿੱਤਾ, ਕਹਿੰਦਾ ਸਿੱਖ ਸੁੱਤੇ ਨਹੀਂ। ਦੂਜੇ ਨੇ ਪੁੱਛਿਆ ਕੌਣ ਨਹੀਂ ਸੁੱਤੇ? ਕਹਿੰਦਾ ਸਿੱਖ ਗਾਫਲ ਨਹੀਂ। ਤੇ ਉਹਨੇ ਸਵਾਲ ਕੀਤਾ ਅਗਲੇ ਨੇ, ਅੱਛਾ ਜੇ ਸੁੱਤੇ ਨਹੀਂ ਤੇ ਫਿਰ ਇੰਦਰਾ ਗਾਂਧੀ ਤੋਂ ਡਰ ਗਏ ਹੋਣਗੇ ਜਿਹੜੇ ਕੁਸਕਦੇ ਹੀ ਨਹੀਂ। ਮਹਿਫਲ ਵਿੱਚ ਫਿਰ ਹਾਸਾ ਗੂੰਜਦਾ ਹੈ। ਕਹਿੰਦਾ ਤੁਸੀਂ ਹੱਸੋ ਨਾ, ਮੇਰੇ ਨਾਲ ਜਿਹੜੇ ਸਰਦਾਰ ਮੁੰਡੇ ਪੜ੍ਹਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਅੱਗ ਹੈ। ਉਹ ਬੋਲਦੇ ਨਹੀਂ ਚੰਗਾ ਜਾਂ ਮਾੜਾ, ਪਰ ਉਹਨਾਂ ਦੀਆਂ ਅੱਖਾਂ ਵਿੱਚ ਲਹੂ ਉਤਰਿਆ ਹੈ। ਇੱਕ ਮਜ਼ਾਕ ਦੇ ਲਹਿਜੇ ਵਿੱਚ ਬੋਲਿਆ। ਬੋਲ ਕਿੱਦਾਂ ਸਕਦੇ ਨੇ? ਇੱਕ ਭਿੰਡਰਾਂ ਵਾਲਾ ਬੋਲਦਾ ਸੀ, ਉਹਦੇ ਘਰ ਵਿੱਚ ਵੜ ਕੇ ਇੰਦਰਾ ਗਾਂਧੀ ਨੇ ਕੋਹ ਕੇ ਮਰਵਾ ਦਿੱਤਾ। ਇੰਦਰਾ ਗਾਂਧੀ ਇੰਨੀ ਤਾਕਤ ਦੇ ਵਿੱਚ ਹੈ, ਉਹਦੇ ਪਰਛਾਵੇਂ ਨੂੰ ਵੀ ਸਿੱਖ ਛੂ ਨਹੀਂ ਸਕਦੇ। ਏਦਾਂ ਮਹਿਫਲਾਂ ਵਿੱਚ ਇਕੱਠਾਂ ਵਿੱਚ ਸਿੱਖਾਂ ਦਾ ਮਜ਼ਾਕ ਬਣਾਇਆ ਗਿਆ। 31 ਅਕਤੂਬਰ ਦਾ ਦਿਨ ਚੜ੍ਹਿਆ 1984। ਪਹਿਲੀ ਮੀਟਿੰਗ ਆਇਰਿਸ਼ ਡਾਇਰੈਕਟਰ ਪੀਟਰ ਉਸਤੀਨੋਵ ਦੇ ਨਾਲ ਹੈ। ਡਾਕੂਮੈਂਟਰੀ ਦੀ ਸ਼ੂਟਿੰਗ ਹੋਣੀ ਹੈ। ਇਹਦੇ ਬਾਅਦ ਦੂਜੀ ਮੀਟਿੰਗ ਬੀਬੀ ਇੰਦਰਾ ਗਾਂਧੀ ਦੀ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਜੇਮਸ ਕੈਲਹਨ ਨਾਲ ਹੈ। ਇਹਦੇ ਬਾਅਦ ਤੀਸਰੀ ਮੀਟਿੰਗ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ II ਦੀ ਬੇਟੀ ਰੀਨਾ ਦੇ ਨਾਲ ਹੈ। ਤੋ ਜਿਹੜੀ ਇਹ ਪ੍ਰਿੰਸੈਸ ਐਨੇ ਹੈ, ਇਹਦੇ ਨਾਲ ਮੀਟਿੰਗ ਰੱਖੀ ਹੋਈ ਹੈ। ਇਹਨੂੰ ਡਿਨਰ ਕਰਾਉਣਾ ਹੈ ਬੀਬੀ ਇੰਦਰਾ ਗਾਂਧੀ ਨੇ। 3 ਮੇਨ ਮੀਟਿੰਗਾਂ 31 ਅਕਤੂਬਰ ਦੀਆਂ ਮੁਕਰਰ ਸਨ। ਇੰਦਰਾ ਗਾਂਧੀ ਸੁਬਾਹ ਤਿਆਰ ਹੋਣ ਲੱਗੀ ਹੈ। ਕਹਿੰਦੇ ਨੇ ਉਸ ਦਿਨ ਬੀਬੀ ਨੇ ਭੂਰੀ ਅਤੇ ਸੰਤਰੀ ਸਾੜੀ ਲਾਈ, ਕਾਲੀਆਂ ਚੱਪਲਾਂ ਪਾਈਆਂ, ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਆ, ਤੁਰਨ ਲੱਗੀ ਹੈ। ਇੱਕ ਵਾਰ ਫਿਰ ਕਦਮ ਰੋਕੇ, ਫਿਰ ਗੌਰ ਨਾਲ ਆਪਣੇ ਆਪ ਨੂੰ ਵੇਖਿਆ ਹੈ। ਉਧਰੋਂ ਕਰਿੰਦਾ ਆ ਗਿਆ, ਮੈਡਮ ਪੀਟਰ ਦੇ ਨਾਲ ਤੁਹਾਡੀ ਮੀਟਿੰਗ ਪੂਰੇ ਮੁਕਰਰ ਸਮੇਂ ਤੇ ਹੈ। ਉਧਰ ਪਹਿਰੇ ਤੇ ਖਲੋਤੇ ਭਾਈ ਬੇਅੰਤ ਸਿੰਘ ਘੜੀ ਵੱਲ ਵੇਖਦੇ ਨੇ। 9 ਵੱਜਣ ਵਿੱਚ 5 ਮਿੰਟ ਰਹਿ ਗਏ ਨੇ। ਦੂਰ ਖੜੇ ਸਤਵੰਤ ਸਿੰਘ ਵੱਲ ਬੜੀ ਧਿਆਨ ਨਾਲ ਵੇਖਿਆ। ਸਤਵੰਤ ਸਿੰਘ ਨੇ ਆਪਣੀ ਆਟੋਮੈਟਿਕ ਮਸ਼ੀਨ ਗਨ ਤੇ ਹੱਥ ਕੱਸ ਲਏ ਨੇ। ਦਿੱਲੀ ਦੀ ਸਵੇਰ ਕੁਝ ਐਸੀ ਹੈ, ਬਹੁਤੀ ਚਹਿਲ ਪਹਿਲ ਨਹੀਂ ਸੀ। ਠੀਕ ਹੈ, ਕੁਝ ਬੱਚੇ ਸਕੂਲਾਂ ਨੂੰ ਜਾ ਰਹੇ ਸਨ। ਅੱਜ ਦਿੱਲੀ ਦੇ ਸਿੱਖ ਬਸ਼ਿੰਦੇ ਆਖਰੀ ਵਾਰ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਚੱਲੇ ਨੇ। ਦਾਨੀਆਂ ਪ੍ਰਦਾਨੀਆਂ ਸੁਆਣੀਆਂ ਨੇ ਨਾਸ਼ਤਾ ਕਰਵਾ ਕੇ ਸਰਦਾਰਾਂ ਨੂੰ ਦੁਕਾਨਾਂ ਵੱਲ ਤੋਰ ਦਿੱਤਾ। ਪੁਲਿਸ ਪੋਜੀਸ਼ਨਾਂ ਲੈ ਕੇ ਸ਼ਾਂਤ ਚਿੱਤ ਖਲੋਤੀ ਹੋਈ ਹੈ। ਜਦੋਂ ਘੜੀ ਦੀਆਂ ਸੂਈਆਂ ਨੇ 9 ਵਜਾਏ ਤੇ ਬੀਬੀ ਇੰਦਰਾ ਗਾਂਧੀ ਆਪਣੇ ਲਾਮ ਲਸ਼ਕਰ ਦੇ ਨਾਲ ਮਹਿਲਾਂ ਚੋਂ ਬਾਹਰ ਨਿਕਲੀ। ਬੇਅੰਤ ਸਿੰਘ ਦਾ ਹੱਥ ਆਪਣੀ ਪਿਸਟਲ ਦੇ ਉੱਪਰ ਆ ਗਿਆ। ਸਤਵੰਤ ਸਿੰਘ ਨੇ ਇੱਕ ਵਾਰ ਅੱਖਾਂ ਬੰਦ ਕਰਕੇ ਖੋਲੀਆਂ ਨੇ। ਜਦੋਂ ਇੰਦਰਾ ਗਾਂਧੀ ਦੇ ਕਦਮ ਭਾਈ ਬੇਅੰਤ ਸਿੰਘ ਵੱਲ ਵਧੇ, ਬੇਅੰਤ ਸਿੰਘ ਨੂੰ ਪਤਾ ਹੈ ਕੁਝ ਪਲਾਂ ਦੇ ਵਿੱਚ ਬੀਬੀ ਇੰਦਰਾ ਮੇਰੇ ਸਾਵੇਂ ਗੁਜ਼ਰ ਜਾਵੇਗੀ, ਲੰਘ ਜਾਵੇਗੀ। ਅੱਗੇ ਵੀ ਲੰਘਦੀ ਰਹੀ ਹੈ, ਪਰ ਬੇਅੰਤ ਸਿੰਘਾ ਅੱਜ ਇਹ ਜਿਉਂਦੀ ਤੇ ਬਿਲਕੁਲ ਨਹੀਂ ਲੰਘੇਗੀ।
ਹਰਗਿਜ਼ ਨਹੀਂ ਜਿਉਂਦੀ ਲੰਘਣ ਦਵਾਂਗਾ। ਕਹਿੰਦੇ 38 ਬੋਰ ਦੀ ਪਿਸਤੌਲ ਨੂੰ ਬੇਅੰਤ ਸਿੰਘ ਨੇ ਹੱਥ ਵਿੱਚ ਫੜ ਲਿਆ। ਸੁਰੱਖਿਅਤ ਘੇਰੇ ਵਿੱਚ ਹੈ ਇੰਦਰਾ ਗਾਂਧੀ, ਤੇ ਜਦੋਂ ਪਿਸਟਲ ਸਿੱਧਾ ਕੀਤਾ ਇੰਦਰਾ ਦੇ ਵੱਲ, ਮੌਤ ਦਾ ਸਾਇਆ ਇੰਦਰਾ ਦੇ ਸਾਹਮਣੇ ਆ ਗਿਆ। ਪੁਰਾਣੇ ਖਿਆਲ ਅਚਨਚੇਤ ਪ੍ਰਗਟ ਹੋ ਗਏ। ਆਵਾਜ਼ ਗੂੰਜੀ ਕੰਨਾਂ ਦੇ ਵਿੱਚ, ਜਿਹੜੀ ਕਦੇ 6 ਜੂਨ 1984 ਨੂੰ ਗੂੰਜੀ ਸੀ, ਬੀਬੀ ਜੰਗ ਅਸੀਂ ਜਿੱਤ ਚੱਲੇ ਆਂ, ਅਕਾਲ ਤਖਤ ਢਹਿ ਗਿਆ ਹੈ, ਤੀਰ ਵਾਲਾ ਬਾਬਾ ਅਸੀਂ ਮਾਰ ਲਿਆ ਹੈ। ਜਿਹੜੇ ਸਿੱਖ ਕਦੇ ਈਨ ਨਹੀਂ ਸੀ ਮੰਨਦੇ, ਜਿਹੜੇ ਜੂੜਿਆਂ ਵਾਲੇ ਸਿਰ ਕਦੇ ਝੁਕੇ ਨਹੀਂ ਸੀ, ਅੱਜ ਇੰਦਰਾ ਗਾਂਧੀ ਤੂੰ ਝੁਕਾ ਦਿੱਤੇ ਨੇ। ਤੂੰ ਦੁਰਗਾ ਦਾ ਰੂਪ ਹੈ। ਵਾਰ-ਵਾਰ ਇਹ ਬੋਲ ਕੰਨਾਂ ਵਿੱਚ ਬੀਬੀ ਦੇ ਗੂੰਜ ਰਹੇ ਸਨ। ਜੂਨ 6 ਤੋਂ ਬਾਅਦ ਇੰਦਰਾ ਗਾਂਧੀ ਨੇ ਹੱਸਣਾ ਚਾਹਿਆ ਸੀ, ਹੱਸ ਨਹੀਂ ਸੀ ਸਕੀ। ਮਨ ਨਹੀਂ ਸੀ ਮੰਨਦਾ ਵੀ ਇਹ ਮੇਰੀ ਜਿੱਤ ਹੈ, ਇਹ ਮੇਰੀ ਖੁਸ਼ੀ ਦਾ ਪ੍ਰਤੀਕ ਹੈ। ਬਸ ਸੋਚਾਂ ਸੋਚਦਿਆਂ ਠਾਹ ਦੀ ਆਵਾਜ਼ ਆਈ। ਡਰਾਉਣੀ ਆਵਾਜ਼ ਨੇ ਇੰਦਰਾ ਗਾਂਧੀ ਦੇ ਖਿਆਲਾਤਾਂ ਦੇ ਸੁਪਨੇ ਉਡਾ ਦਿੱਤੇ। ਪਹਿਲੀ ਗੋਲੀ ਛਾਤੀ ਵਿੱਚ ਵੱਜਦੀ ਹੈ, ਹੈਰਾਨ ਖੜੀ ਰਹਿ ਗਈ। ਦੂਜੀ ਗੋਲੀ ਨੇ ਫੇਫੜੇ ਏਦਾਂ ਚੀਰੇ ਇੰਦਰਾ ਗਾਂਧੀ ਦੇ ਜਿਵੇਂ ਮੱਖਣ ਵਿੱਚ ਛੁਰੀ ਲੰਘ ਜਾਂਦੀ ਹੈ। ਬੇਅੰਤ ਸਿੰਘ ਗਰਜਿਆ, ਸਤਵੰਤ ਗੋਲੀ ਮਾਰ। ਸਤਵੰਤ ਸਿੰਘ ਨੇ ਆਵਾਜ਼ ਸੁਣਦਿਆਂ ਸਟੇਨਗਨ ਸਿੱਧੀ ਕਰਕੇ ਇੰਦਰਾ ਗਾਂਧੀ ਦੇ ਹੰਕਾਰ ਦਾ ਕਿਲਾ ਢਹਿ ਢੇਰੀ ਕਰ ਦਿੱਤਾ। ਇਹ ਆਵਾਜ਼ ਕੇਵਲ ਦਿੱਲੀ ਵਿੱਚ ਨਹੀਂ, ਦੇਸ਼ਾਂ ਦੇਸ਼ਾਂਤਰਾਂ ਵਿੱਚ ਸੁਣੀ ਸੀ, ਜਿਵੇਂ ਭਾਈ ਊਧਮ ਸਿੰਘ ਦੀ ਗੋਲੀਆਂ ਦੀ ਆਵਾਜ਼ ਇੰਗਲੈਂਡ ਦੇ ਨਾਲ ਨਾਲ ਦੁਨੀਆ ਨੇ ਸੁਣੀ ਸੀ ਜਦੋਂ ਜਨਰਲ ਡਾਇਰ ਦੀ ਛਾਤੀ ਉਹਨੇ ਪਾੜੀ ਸੀ। ਸਤਵੰਤ ਸਿੰਘ ਬੇਅੰਤ ਸਿੰਘ ਨੇ ਇੰਦਰਾ ਭੁੰਜੇ ਵਿਛਾ ਦਿੱਤੀ। ਗਰਜ ਕੇ ਕਹਿੰਦੇ ਨੇ, ਅਸੀਂ ਅਕਾਲ ਤਖਤ ਸਾਹਿਬ ਨੂੰ ਢਾਉਣ ਦਾ ਇੰਦਰਾ ਗਾਂਧੀ ਨੂੰ ਫਲ ਭੁਗਤਾ ਦਿੱਤਾ ਹੈ। ਹੁਣ ਤੁਸੀਂ ਜੋ ਕਰਨਾ ਕਰ ਲਵੋ। ਅੰਗ ਰੱਖਿਅਕ ਜਿਹੜੇ ਇੰਦਰਾ ਦੇ ਨੇ, ਉਹਨਾਂ ਨੇ ਗੋਲੀਆਂ ਦੀ ਵਰਖਾ ਕਰ ਦਿੱਤੀ। ਭਾਈ ਬੇਅੰਤ ਸਿੰਘ ਥਾਂ ਤੇ ਸ਼ਹੀਦ ਹੋਇਆ। ਸਤਵੰਤ ਸਿੰਘ ਦੇ ਗੋਲੀਆਂ ਲੱਗੀਆਂ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਇਹ ਆਪਣੇ ਆਪ ਨੂੰ ਜਿਹੜੀ ਦੁਰਗਾ ਦੇਵੀ ਅਖਵਾਉਂਦੀ ਸੀ, ਅਮਰਾ ਪਦਵੀ ਦਾ ਮਾਲਕ ਸਮਝੀ ਬੈਠੀ ਸੀ, ਅੱਜ ਮਿੱਟੀ ਦੇ ਵਿੱਚ ਮਿਲੀ ਹੋਈ ਸੀ। ਜਿਹੜਾ ਇਹਨੇ ਸਿੱਖਾਂ ਦਾ ਲਹੂ ਪੀਤਾ ਸੀ, ਅੱਜ ਸਾਰਾ ਧਰਤੀ ਤੇ ਡੁੱਲਿਆ ਹੋਇਆ ਸੀ। ਰੇਡੀਓ ਤੇ ਖਬਰਾਂ ਚੱਲ ਰਹੀਆਂ ਸਨ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਹੈ। ਉਹ ਮਹਿਫਲਾਂ ਦੇ ਵਿੱਚ ਆਵਾਜ਼ ਬਦਲ ਗਈ, ਮਹਿਫਲਾਂ ਦੇ ਬੋਲ ਬਦਲ ਗਏ। ਉਹ ਸਾਊ ਬੋਲਿਆ, ਕਹਿੰਦਾ ਤੁਹਾਨੂੰ ਆਖਿਆ ਸੀ ਮਜ਼ਾਕ ਨਾ ਉਡਾਓ। ਸਿੱਖ ਕਦੇ ਵੀ ਸੌਂਦੇ ਨਹੀਂ, ਸਿੱਖ ਸਦਾ ਹੀ ਜਾਗਦੇ ਨੇ। ਸਿੱਖ ਜਗਤ ਦੀ ਚੜ੍ਹਤ ਸਦਾ ਬਰਕਰਾਰ ਰਹਿੰਦੀ ਹੈ। ਜਿਹੜੇ ਕਦੇ ਸਿੱਖ ਮੋੜਾਂ ਤੇ ਸਿਰ ਝੁਕਾ ਕੇ ਲੰਘਦੇ ਸਨ, ਅੱਜ ਧੌਣ ਉੱਚੀ ਕਰਕੇ ਲੰਘੇ ਨੇ। ਔਰ ਗਲੂਏ ਚੋਂ ਕਹਿ ਰਹੇ ਸਨ, ਬਾਬੇ ਭਿੰਡਰਾਂ ਵਾਲੇ ਦੇ ਤੀਰ ਹਜੇ ਬਾਕੀ ਨੇ, ਇਹ ਮਿਟਦੇ ਨਹੀਂ। ਸਮਾਂ ਆਉਣ ਤੇ ਦੁਸ਼ਮਣਾਂ ਦੀ ਹਿੱਕ ਵਿੱਚ ਵੱਜਦੇ ਰਹੇ ਨੇ, ਤੇ ਏਦਾਂ ਵੱਜਦੇ ਰਹਿਣਗੇ ਜਿੱਦਾਂ ਇੰਦਰਾ ਗਾਂਧੀ ਦੀ ਹਿੱਕ ਵਿੱਚ ਵੱਜੇ ਨੇ। ਅੱਜ ਮੋੜ ਤੇ ਕੋਈ ਮਜ਼ਾਕ ਨਹੀਂ ਸੀ ਉਡਾਉਂਦਾ, ਕੋਈ ਸਿਰ ਨਹੀਂ ਸੀ ਅਟਾਉਂਦਾ। ਇਸ ਤਰ੍ਹਾਂ ਇੰਦਰਾ ਗਾਂਧੀ ਦਾ ਸਿੱਖ ਜਗਤ ਨੇ ਅੰਤ ਕੀਤਾ। ਜਿਹੜੇ ਕਹਿੰਦੇ ਨੇ ਗਨਮੈਨਾਂ ਨੇ ਗਦਾਰੀ ਕੀਤੀ ਹੈ ਸਤਵੰਤ ਸਿੰਘ ਬੇਅੰਤ ਸਿੰਘ ਨੇ, ਉਹ ਸੁਣ ਲੈਣ। ਕਾਨੂੰਨ ਅੰਗ ਰੱਖਿਅਕ ਪੁਲਿਸ ਦੀ ਡਿਊਟੀ ਹੈ ਆਤੰਕ ਤੇ ਆਤੰਕਵਾਦੀ ਨੂੰ ਖਤਮ ਕਰਨਾ। ਇੰਦਰਾ ਗਾਂਧੀ ਆਤੰਕਵਾਦੀ ਸੀ, ਉਹਨੇ ਸਿੱਖ ਜਗਤ ਦੇ ਅੰਦਰ ਆਤੰਕ ਫੈਲਾਇਆ ਸੀ। ਭਾਈ ਸਤਵੰਤ ਸਿੰਘ ਬੇਅੰਤ ਸਿੰਘ ਅਸਲ ਪੁਲਿਸ ਆਫੀਸਰ ਨੇ, ਜਿਨ੍ਹਾਂ ਨੇ ਖਾਧੀ ਹੋਈ ਕਾਨੂੰਨ ਦੀ ਕਸਮ ਨੂੰ ਨਿਭਾਉਂਦਿਆਂ ਉਸ ਦੁਸ਼ਟ ਮਾਈ ਦਾ ਸੋਧਾ ਲਾ ਕੇ ਮੌਤ ਦੇ ਘਾਟ ਉਤਾਰਿਆ। ਉਹਦੇ ਬਾਅਦ 1, 2 ਤੇ 3 ਨਵੰਬਰ ਨੂੰ ਬੀਬੀ ਇੰਦਰਾ ਗਾਂਧੀ ਦੇ ਫਰਜ਼ੰਦ ਰਾਜੀਵ ਗਾਂਧੀ ਨੇ ਕਾਨੂੰਨ ਦੀ ਮਦਦ ਲੈ ਕੇ ਸਿੱਖਾਂ ਦੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ। ਫਿਰ ਲਟੇਰੇ ਛੱਡ ਕੇ ਦਿੱਲੀ ਆਦਿਕ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਗਲੀ ਟਾਇਰ ਪਾ ਕੇ, ਮਿੱਟੀ ਦਾ ਤੇਲ ਪਾ ਕੇ ਸਿੱਖਾਂ ਨੂੰ ਅੱਗ ਲਾ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਮੈਂ ਤੇ ਆਨਾ ਹੁੰਨਾ ਐ ਰਾਜੀਵ ਗਾਂਧੀ, ਜੇ ਤੇਰੇ 'ਚ ਮਰਦਾਨਗੀ ਹੁੰਦੀ
ਤੇ ਤੂੰ ਹਥਿਆਰ ਨਾ ਜ਼ਬਤ ਕਰਵਾਉਂਦਾ, ਸਿੱਖਾਂ ਦੇ ਸਾਵੇਂ ਆਉਂਦਾ ਤੇ ਵੇਖਣਾ ਸੀ ਕਿਵੇਂ ਇਹਨਾਂ ਲੁਟੇਰਿਆਂ ਦੇ ਅਸੀਂ ਸਿਰ ਗੇਂਦਾਂ ਵਾਂਗੂ ਉਡਾਉਂਦੇ ਸਾਂ। ਬੁਜ਼ਦਿਲਾਂ ਵਾਂਗੂ ਸਿੱਖਾਂ ਨਾਲ ਕਤਲੋ ਗੈਰਤ ਮਚਾਈ ਗਈ। ਖੈਰ ਅਖੀਰ 6 ਜਨਵਰੀ 1999 ਨੂੰ 1989 ਦੇ ਵਿੱਚ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੂੰ ਸੁਪਰੀਮ ਕੋਰਟ ਦੇ ਹੁਕਮ ਦੇ ਵਿੱਚ ਫਾਂਸੀ ਦੇ ਸਜ਼ਾ ਸੁਣਾਉਣ ਕਰਕੇ ਫਾਂਸੀ ਲਾ ਦਿੱਤੀ ਗਈ। ਉਹ ਸਿੰਘ ਜਕਾਰੇ ਛੱਡਦੇ ਹੋਏ ਸ਼ਹਾਦਤ ਦੀ ਅਵਧੀ ਮਾਣ ਗਏ। ਤੇ ਯਾਦ ਰੱਖਿਓ, ਉਹਨਾਂ ਸਿੱਖ ਜਗਤ ਦੀ ਲੱਥੀ ਹੋਈ ਦਸਤਾਰ ਮੁੜ ਸਿੱਖ ਜਗਤ ਦੇ ਸੀਸ ਤੇ ਬਹਾਲ ਕੀਤੀ। ਤੋਂ ਮੈਂ ਇੱਕ ਬੇਨਤੀ ਵੀ ਕਰ ਦਵਾਂ, ਰਾਜੀਵ ਗਾਂਧੀ ਨੂੰ ਸੁਸਾਈਡ ਬੰਬਰ ਧਾਨੂ ਨੇ ਉਡਾ ਦਿੱਤਾ। ਉਹਦੇ ਵਾਹ ਦੇ ਵਿੱਚ ਬੀਬੀ ਨਾਲਿਨੀ ਅਤੇ ਉਹਦੇ ਪਤੀ ਸ਼੍ਰੀ ਹਰਨ ਅਤੇ ਹੋਰ 2 ਅਪਰਾਧੀਆਂ ਨੂੰ ਸਜ਼ਾਏ ਮੌਤ ਹੋਈ। ਕੁਝ ਅਪਰਾਧੀਆਂ ਨੂੰ ਉਮਰ ਕੈਦ ਹੋਈ। ਲੰਬੇਰੇ ਸਮੇਂ ਬਾਅਦ ਸੁਪਰੀਮ ਕੋਰਟ ਨੇ, ਹੋਰਾਂ ਅਦਾਲਤਾਂ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ। ਪਰ ਸਾਡੇ ਸਿੱਖ ਕੈਦੀ 1984 ਦੇ ਸਮੇਂ ਤੋਂ ਅੱਜ ਵੀ ਬੰਧਨ ਵਿੱਚ ਬੱਧੇ ਹੋਏ ਨੇ, ਜੇਲ੍ਹਾਂ ਵਿੱਚ ਨੇ। ਮੈਂ ਬੇਨਤੀ ਕਰਦਾ ਹਾਂ, ਇਹਨਾਂ ਨੇ ਉਮਰ ਕੈਦ ਵੀ ਭੋਗ ਲਈ ਹੈ, ਪਰ ਭਾਰਤ ਵਰਸ਼ ਦੀ ਹਕੂਮਤ ਹਿਊਮਨ ਰਾਈਟਸ ਦਾ ਘਾਣ ਕਰਕੇ ਇਹਨਾਂ ਨੂੰ ਰਿਹਾ ਨਹੀਂ ਕਰ ਰਹੀ। ਸਿੱਖ ਜਗਤ ਨੇ ਇਹਨਾਂ ਲਈ ਸੰਘਰਸ਼ ਜਾਰੀ ਰੱਖਣਾ ਹੈ, ਯਤਨ ਜਾਰੀ ਰੱਖਣੇ ਨੇ, ਮੋਰਚੇ ਜਾਰੀ ਰੱਖਣੇ ਨੇ, ਤਾਂ ਕਿ ਗੂੰਗੀਆਂ ਬੋਲੀਆਂ ਸਰਕਾਰਾਂ ਤਾਈਂ ਸਾਡੀ ਆਵਾਜ਼ ਪਹੁੰਚੇ ਤੇ ਇੱਕ ਦਿਨ ਇਹ ਜਿਹੜੀ ਹਨੇਰਗਰਦੀ ਹੈ ਇਹ ਮਿਟ ਜਾਵੇ। ਕਿਉਂਕਿ ਹਰ ਰਾਤ ਦੀ ਸਵੇਰ ਹੁੰਦੀ ਹੈ। ਇਹ ਬਚਨ ਕਹਿ ਕੇ ਫਤਿਹ ਬੁਲਾਉਣਾ ਹਾਂ। ਕੁਛ ਅਸੂਲੋਂ ਕਾ ਨਸ਼ਾ ਥਾ, कुछ मुकद्दस ख्वाब थे, हर जमाने में शहादत के यही असबाब थे। शहीद दीन लई असूना लई सिर दिंदे ने, नाले सिੱਖੀ ਵਿੱਚ ਪ੍ਰਵਾਨ ही सिर देण वाला है। हंकार रूपी सिर वड के सुट दिओ, संत बनो ते प्रवान हो। प्रतख दीन लई सथूल सिर वड दिओ ते प्रवान हो। जौं तो प्रेम खिलन का चाओ, सिर तर तली गली मेरी आओ। इत मार्ग पैर तरीजै, सिर दीजै कान ना कीजै। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਸ਼ਹੀਦਾਂ ਨੂੰ ਨਮਸਕਾਰ ਹੈ। ਖੰਡੇ ਦੀ ਪੌਲ ਛਕੋ ਗੁਰੂ ਵਾਲੇ, ਬਣੋ ਸਿੱਖੀ ਪ੍ਰਫੁੱਲਤ ਰਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੂਹ ਗੁਰੂ ਕੇ ਸੇਵਾਦਾਰਾਂ ਦਾ ਧੰਨਵਾਦ, ਆਪ ਸੰਗਤ ਦਾ ਧੰਨਵਾਦ। ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ